पिछले कुछ दिनों तो अर्श भारत का हर मीडिया अदारा ते मीडिया चैनल लगातार इस व्यक्ति बारे गलबात कर रहा है और बहुत सारिया इस दे बारे चर्चावां ने कि विकास दुबे भज गया, विकास दुबे फड़ लिया, उन्हें सरेंडर करता, आखिरकार हुण इनकाउंटर तो बाद बहुत सारे सवाल। विकास दुबे नूं पुलिस ने मारता पर यह बनिया किवें? कौन बंदा सी? एडा वड्डा इहदा सिस्टम जुगाड़ किवें चलदा सी? कौन उहदी मदद करते सन? सो हमाम च सारे नंगे ने। सो उस गल दे विच ओह तां खत्म हो गया, पर सवाल बहुत खड़े हो गया कि समाज पहला बहुजन समाजवादी पार्टी दे नाल ते मायावती दी एक पार्टी दे नाल चंगे रिलेशन सी, फिर अखिलेश यादव ते उहदे पापा मुलायम सिंह यादव जिहड़ा वड्डा उत्थे दा घराना सियासी उहनां दे नाल इहदा रिलेशन सी। उस तो पहला भी कांग्रसियां दे नाल भी इहदा रिलेशन सी कि देश ਦੇ ਵਿੱਚ जिस तरह ਦੇ ਨਾਲ ਫਿਰਕੂਵਾਦ ਤੇ ਨਸਲ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਔਰ ਉਸ ਦੇ ਨਾਲ ਦੇਸ਼ ਦੇ ਵਿੱਚ ਬੜੇ ਭਿਆਨਕ ਸਿੱਟੇ ਨਿਕਲ ਸਕਦੇ ਆ ਔਰ ਦੇਸ਼ ਆਪਸ ਵਿੱਚ ਭੇੜ ਪੈ ਸਕਦਾ ਹੈ, ਕ੍ਰਿਮੀਨਲ ਹਾਰਮੋਨੀ ਖਰਾਬ ਹੋ ਸਕਦੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਟ੍ਰੇਟ ਟਾਕ ਸਿੱਧੀ ਗੱਲ ਦੇ ਵਿੱਚ, ਜਿੱਥੇ ਅਸੀਂ ਗੱਲਬਾਤ ਕਰਾਂਗੇ ਅੱਜ ਇੰਡੀਆ ਦੇ ਮੁੱਦਿਆਂ ਦੀ, ਪੰਜਾਬ ਦੇ ਮੁੱਦਿਆਂ ਦੀ ਤੇ ਨਾਲ ਅਸੀਂ ਡਿਸਕਸ ਕਰਾਂਗੇ ਕੈਨੇਡਾ ਦੇ ਵਿੱਚ ਕੀ ਕੁਝ ਹੋ ਰਿਹਾ। ਤੇ ਮੇਰਾ ਸਾਥ ਦੇ ਰਹੇ ਨੇ ਮਿਸਟਰ ਹਰਪ੍ਰੀਤ ਸਿੰਘ ਧਾਲੀਵਾਲ ਜੋ ਕਿ ਸਾਡੇ ਸੀਨੀਅਰ ਜਰਨਲਿਸਟ ਨੇ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਧਾਲੀਵਾਲ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਅਰਸ਼ ਜੀ। ਬਿਲਕੁਲ ਮਿਸਟਰ ਧਾਲੀਵਾਲ, ਜਿੱਦਾਂ ਮੈਂ ਗੱਲ ਕੀਤੀ ਹੈ ਕਿ ਅਸੀਂ ਇਸ਼ੂਜ਼ ਤੇ ਗੱਲ ਕਰਦੇ ਹੈਗੇ ਆ, ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਨਾ, ਨਵੀਆਂ ਖਬਰਾਂ ਜਿਹੜੀਆਂ ਨੇ ਉਹ ਸਾਡੇ ਸੁਣਨ ਨੂੰ ਮਿਲਦੀਆਂ ਨੇ। ਤੇ ਹੁਣ ਜੇ ਅਸੀਂ ਇੰਡੀਆ ਤੋਂ ਹੀ ਸ਼ੁਰੂਆਤ ਕਰ ਲਈਏ ਤਾਂ ਇੰਡੀਆ ਦੀ ਜਿਹੜੀ ਸਭ ਤੋਂ ਟਾਪ ਨਿਊਜ਼ ਬਣੀ ਹੋਈ ਹੈ ਵਿਕਾਸ ਦੁਬੇ ਐਨਕਾਊਂਟਰ ਦੇ ਵਿੱਚ ਉਹ ਮਾਰੇ ਗਏ ਨੇ। ਤੇ ਉਹਦੇ ਵਿੱਚ ਹੁਣ ਕਿਹਾ ਗਿਆ ਕਿ ਜਦੋਂ ਉਹ ਜਾ ਰਹੇ ਸੀ ਗੱਡੀ ਦੇ ਵਿੱਚ, ਗੱਡੀ ਪਲਟ ਗਈ ਸੀਗੀ ਤੇ ਉਹ ਜਿਵੇਂ ਗਾਂ ਐਨੀਮਲਸ ਜਿਹੜੇ ਉਹਨਾਂ ਦੇ ਸਾਹਮਣੇ ਆ ਗਏ ਸੀ, ਫਿਰ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਐਨਕਾਊਂਟਰ ਦੇ ਵਿੱਚ ਮਾਰਿਆ ਗਿਆ। ਹੁਣ ਹਿਸਟਰੀ ਵੱਲ ਜੇ ਜਾਈਏ ਤਾਂ ਉਹ ਮੈਨੂੰ ਲੱਗਦਾ ਕਿ ਉਹ ਤੁਹਾਡੇ ਤੋਂ ਵਧੀਆ ਕੋਈ ਉਹਦਾ ਆਨਸਰ ਨਹੀਂ ਦੇ ਸਕਦਾ ਕਿ ਕੀ ਹੋ ਰਿਹਾ ਹੈ ਇਸ ਮਾਮਲੇ ਦੇ ਵਿੱਚ। ਪਿਛਲੇ ਕੁਝ ਦਿਨਾਂ ਤੋਂ ਅਰਸ਼ ਭਾਰਤ ਦਾ ਹਰ ਮੀਡੀਆ ਅਦਾਰਾ ਤੇ ਮੀਡੀਆ ਚੈਨਲ ਲਗਾਤਾਰ ਇਸ ਵਿਅਕਤੀ ਬਾਰੇ ਗੱਲਬਾਤ ਕਰ ਰਿਹਾ ਔਰ ਬਹੁਤ ਸਾਰੀਆਂ ਇਸ ਦੇ ਬਾਰੇ ਚਰਚਾਵਾਂ ਨੇ ਕਿ ਵਿਕਾਸ ਦੁਬੇ ਭੱਜ ਗਿਆ, ਵਿਕਾਸ ਦੁਬੇ ਫੜ ਲਿਆ, ਉਹਨੇ ਸਰੈਂਡਰ ਕਰਤਾ, ਆਖਿਰਕਾਰ ਹੁਣ ਇਨਕਾਊਂਟਰ ਤੋਂ ਬਾਅਦ ਬਹੁਤ ਸਾਰੇ ਸਵਾਲ। ਇਸ ਵਿਅਕਤੀ ਨੂੰ ਜਦੋਂ ਇਸ ਤਰ੍ਹਾਂ ਦਾ ਜ਼ੁਲਮ ਨੂੰ ਇਸ ਸਾਹਸ ਦੇ ਵਿੱਚ ਕਰਨ ਵਾਲੇ ਵਿਅਕਤੀ ਨੂੰ ਸਮਾਜ ਦੇ ਵਿੱਚ ਰਹਿਣ ਦੀ ਥਾਂ ਨਹੀਂ ਹੁੰਦੀ, ਪਰ ਉਹਦੇ ਵਾਸਤੇ ਇੱਕ ਪ੍ਰੋਪਰ ਕਾਨੂੰਨ, ਇੱਕ ਸੰਵਿਧਾਨ ਹੈ ਜਿਸ ਤਹਿਤ ਇਹਨਾਂ ਨੂੰ ਕਹਿੰਦੇ ਹੁੰਦੇ ਅਪਰਾਧੀ ਨਾ ਮਾਰੋ, ਅਪਰਾਧੀ ਦੀ ਮਾਂ ਮਾਰੋ। ਕਹਿਣ ਦਾ ਭਾਵ ਉਹਦੀ ਜੜ ਨੂੰ ਮਾਰਨਾ ਚਾਹੀਦਾ ਹੈ ਕਿ ਉਹ ਕਿੱਥੋਂ ਪੈਦਾ ਹੋਇਆ, ਕਾਰਨ ਕੀ ਸੀ। ਵਿਕਾਸ ਦੁਬੇ ਬਾਰੇ ਬਹੁਤ ਸਾਰੀਆਂ ਸਟੋਰੀਆਂ ਨੇ। ਵਿਕਾਸ ਦੁਬੇ ਨੂੰ ਪੁਲਿਸ ਨੇ ਮਾਰਤਾ ਪਰ ਇਹ ਬਣਿਆ ਕਿਵੇਂ? ਕੌਣ ਬੰਦਾ ਸੀ? ਐਡਾ ਵੱਡਾ ਇਹਦਾ ਸਿਸਟਮ ਜੁਗਾੜ ਕਿਵੇਂ ਚੱਲਦਾ ਸੀ ਕਿ ਸਾਰੇ ਦੇ ਸਾਰਾ ਅਫਸਰਸ਼ਾਹੀ ਪਹਿਲਾਂ ਨੂੰ ਖਬਰ ਦੇ ਦਿਆ ਕਰਦੀ ਸੀ। ਅਸਲ 'ਚ ਇਹ ਲਗਭਗ ਇਹਦਾ ਜਿਹੜਾ ਜੀਵਨ ਸੀ 2 ਦਹਾਕੇ ਪਹਿਲਾਂ ਸ਼ੁਰੂ ਹੋਇਆ। ਇਹ ਯੂਪੀ 'ਚ ਵੈਸੇ ਤਾਂ ਤੁਸੀਂ ਜਾਣਦੇ ਹੋ ਜੀ ਕਿ ਕ੍ਰਾਈਮ ਦਾ ਗੜ੍ਹ ਮੰਨਿਆ ਜਾਂਦਾ ਹੈ। ਯੂਪੀ ਦੇ ਵਿੱਚੋਂ ਨਜਾਇਜ਼ ਹਥਿਆਰ ਕੱਟੇ ਆਪਣੇ ਪੰਜਾਬ 'ਚ ਵੀ ਬਹੁਤ ਸਪਲਾਈ ਲੋਕ ਕਰਦੇ ਰਹੇ। ਯੂਪੀ ਦੇ ਵਿੱਚ ਸਨ 2000 ਦੇ ਲਗਭਗ ਦੀ ਗੱਲ ਹੈ ਜਦੋਂ ਇਹ ਬਿਕਰੂ ਪਿੰਡ ਕਾਨਪੁਰ, ਜਿੱਥੇ ਅਸਲਾ ਫੈਕਟਰੀ ਆ ਨਾ, ਉਸ ਤੇ 70-80 ਕਿਲੋਮੀਟਰ ਇੱਕ ਬਿਕਰੂ ਪਿੰਡ ਪੈਂਦਾ, ਉਹਨੂੰ ਸਵਾਲੀ ਠਾਣਾ ਪੈਂਦਾ। ਬਿਕਰੂ ਪਿੰਡ ਦੇ ਵਿੱਚ ਜਦੋਂ ਇਹ ਉੱਠਿਆ ਤਾਂ ਇਹਨੇ ਸਭ ਤੋਂ ਪਹਿਲਾ ਕਤਲ ਸਨ 2000 ਦੇ ਵਿੱਚ ਕੀਤਾ। ਇੱਕ ਕਾਲਜ ਦਾ ਸਹਾਇਕ ਪ੍ਰਬੰਧਕ ਸੀ, ਉਸ ਦਾ ਇਹਨੇ ਕਤਲ ਕਰ ਦਿੱਤਾ। ਉਹ ਕਤਲ ਹੋਣ ਤੋਂ ਬਾਅਦ ਇਹ ਜੇਲ੍ਹ ਚਲਿਆ ਗਿਆ। ਜੇਲ੍ਹ ਦੇ ਵਿੱਚ ਜਾ ਕੇ ਅਰਸ਼ ਹੈਰਾਨੀ ਦੀ ਗੱਲ ਇਹ ਹੈ ਕਿ ਬੰਦਾ ਸੁਧਰਦਾ, ਪਰ ਇਸ ਵਿਅਕਤੀ ਨੇ ਬੈਠੇ ਬੈਠੇ ਕਹਿੰਦੇ ਜੇਲ੍ਹ ਦੇ ਵਿੱਚੋਂ ਵੀ ਇੱਕ ਵਿਅਕਤੀ ਦਾ ਹੋਰ ਕਤਲ ਕਰਵਾ ਦਿੱਤਾ, ਜਿਹੜਾ ਯੂਪੀ ਦੇ ਵਿੱਚ ਆਮ ਤੌਰ ਤੇ ਇਹ ਕਲਚਰ ਜਿਹੜਾ ਚੱਲਦਾ ਜੀ। ਔਰ 2004 ਦੇ ਵਿੱਚ ਇਹ ਵਿਅਕਤੀ ਇੱਕ ਕੇਬਲ ਕਾਰੋਬਾਰ ਦੇ ਨਾਲ ਜੁੜੇ ਹੋਏ ਵਿਅਕਤੀ ਦਾ ਵੀ ਕਤਲ ਕਰ ਦਿੰਦਾ। ਫਿਰ ਇਹਦਾ ਨਾਂ ਚੱਲ ਪੈਂਦਾ। ਅਸਲ 'ਚ ਜੇਕਰ ਇਹਦੀ ਆਪਾਂ ਗੱਲ ਕਰੀਏ ਕਿ ਇਹ ਵੱਡਾ ਬਾਹੂਬਲੀ, ਵੱਡਾ ਗੈਂਗਸਟਰ ਇਹ ਕਿਸ ਤਰੀਕੇ ਨਾਲ ਬਣਿਆ,
ਇਹ ਘਟਨਾ ਹੈਗੀ ਹੈ 12 ਅਕਤੂਬਰ 2001 ਦੀ। 2001 ਦੇ ਵਿੱਚ ਇਸ ਵੇਲੇ ਜਿਹੜਾ ਦੇਸ਼ ਦਾ ਰੱਖਿਆ ਮੰਤਰੀ ਹੈ ਰਾਜਨਾਥ ਸਿੰਘ, ਇਹ ਯੂਪੀ ਦਾ ਮੁੱਖ ਮੰਤਰੀ ਹੁੰਦਾ ਸੀ। ਤੇ ਉਸ ਵੇਲੇ ਦੇ ਰਾਜ ਭਾਗ ਦੇ ਵਿੱਚ ਇਹ ਮੁੰਡਾ ਜਿਹੜਾ ਵਿਕਾਸ ਦੁਬੇ ਹੁਣ ਮਾਰਿਆ ਗਿਆ, ਜੀ ਜਦੋਂ ਇਹ ਗੈਂਗਸਟਰ ਬਣਨਾ ਸ਼ੁਰੂ ਹੋਇਆ ਤਾਂ ਇਹਨੇ ਇਹ ਅੰਦਾਜ਼ਾ ਲਾ ਲਿਆ ਕਿ ਜੇਕਰ ਵੱਡਾ ਬਾਹੂਬਲੀ ਬਣਨਾ ਹੈ ਜੀ ਤਾਂ ਫਿਰ ਰਾਜਨੀਤਿਕ ਪਾਰਟੀਆਂ ਦੇ ਵਿੱਚ ਪੈਂਠ ਹੋਣੀ ਬੜੀ ਜ਼ਰੂਰੀ ਹੈ। ਫਿਰ ਉਸ ਤੋਂ ਲੈ ਕੇ ਅੱਜ ਤੱਕ ਜੇਕਰ ਵਿਕਾਸ ਦੀਆਂ ਤਸਵੀਰਾਂ ਜਾਂ ਫਿਰ ਇਸ ਤਰ੍ਹਾਂ ਦੇ ਲਿੰਕ ਫਰੋਲੇ ਜਾਣ ਤਾਂ ਕੋਈ ਵੀ ਪਾਰਟੀ ਇਹੋ ਜਿਹੀ ਨਹੀਂ ਜਿਹਦੇ ਨਾਲ ਵਿਕਾਸ ਦੁਬੇ ਦੇ ਸੰਬੰਧ ਨਹੀਂ। ਹੁਣ ਉਹ ਮਰ ਤਾਂ ਭਾਵੇਂ ਗਿਆ, ਭਾਵੇਂ ਬੀਜੇਪੀ ਹੈ, ਚਾਹੇ ਸਮਾਜਵਾਦੀ ਪਾਰਟੀ ਹੈ, ਚਾਹੇ ਬਹੁਜਨ ਸਮਾਜਵਾਦੀ ਪਾਰਟੀ ਹੈ, ਜਿਹੜੀਆਂ ਵੀ ਪਾਰਟੀਆਂ ਨੇ, ਚਾਹੇ ਕਾਂਗਰਸ ਪਾਰਟੀ ਹੈ, ਸਾਰਿਆਂ ਦੇ ਉਹ ਨੇਤਾ ਜਿਹੜੇ ਵੱਡੇ ਵੱਡੇ ਨੇ ਉਹਨਾਂ ਦੇ ਨਾਲ ਤਸਵੀਰਾਂ ਦੀਆਂ ਦਿਖ ਜਾਣਗੀਆਂ। ਅਸਲ 'ਚ 12 ਅਕਤੂਬਰ 2001 ਦੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ, ਇਹਨੇ ਆਪਣੀ ਵਾਈਫ ਨੂੰ ਜਦੋਂ ਸੋਚਿਆ ਕਿ ਪੋਲੀਟੀਕਲ ਤੌਰ ਤੇ ਵੀ ਆਪਾਂ ਸਟਰੋਂਗ ਹੋਈਏ, ਆਪਣੇ ਪਿੰਡ ਬਿਕਰੂ ਦੇ ਵਿੱਚ ਇਲੈਕਸ਼ਨਾਂ ਕਰਾਈਆਂ। ਉੱਥੇ ਪੰਚਾਇਤ ਉਹਨੂੰ ਕਈ ਵਾਰੀ ਕਹਿੰਦੇ ਜੀ ਮਹਾਪ੍ਰਧਾਨ, ਪੰਚਾਇਤ ਪ੍ਰਧਾਨ ਕਹਿੰਦੇ, ਆਪਣੇ ਸਰਪੰਚੀ ਕਹਿੰਦੇ, ਉਹਦੀ ਚੋਣ ਲੜਾਈ। ਤਾਂ ਉਸ ਵੇਲੇ ਉੱਥੇ ਇੱਕ ਮੰਤਰੀ ਬਾਅਦ ਚੋਂ ਬਣਾਇਆ ਗਿਆ ਸੰਤੋਸ਼ ਸ਼ੁਕਲਾ, ਉਹ ਵੀ ਇਹਦੇ ਏਰੀਏ ਦਾ ਸੀ। ਰਾਜਨਾਥ ਸਰਕਾਰ ਦੇ ਵਿੱਚ ਉਹ ਰਾਜ ਮੰਤਰੀ ਸੀ, ਪਰ ਇਹਦਾ ਤੇ ਉਹਦੇ ਸਾਥੀਆਂ ਦਾ ਕਲੈਸ਼ ਹੋ ਗਿਆ। ਕਲੈਸ਼ ਹੋਣ ਤੋਂ ਬਾਅਦ ਜਿਹੜਾ ਸਿਵਲੀ ਥਾਣਾ ਹੈ ਉਸ ਦੇ ਵਿੱਚ ਸ਼ਿਕਾਇਤ ਹੋਈ। ਸਿਵਲੀ ਥਾਣੇ ਦੇ ਵਿੱਚ ਇਹ ਵੀ ਚਲੇ ਗਏ, ਇਹਨਾਂ ਨੇ ਜਾ ਕੇ ਕੰਪਲੇਂਟ ਲਿਖਾਈ ਕਿ ਮੰਤਰੀ ਦੇ ਬੰਦੇ ਸਾਡੇ ਤੇ ਅਟੈਕ ਕਰਦੇ ਆ। ਔਰ ਖਬਰਾਂ ਇਹ ਆਉਂਦੀਆਂ ਨੇ ਕਿ ਜਦੋਂ ਇਹ ਥਾਣੇ ਦੇ ਵਿੱਚ ਪਹੁੰਚਦੇ ਆ ਤਾਂ ਇੰਨੇ ਨੂੰ ਮੰਤਰੀ ਤੇ ਉਹਦੇ ਸਾਥੀ ਵੀ ਥਾਣੇ ਦੇ ਵਿੱਚ ਪਹੁੰਚ ਜਾਂਦੇ ਆ। ਹੁਣ ਇੱਕ ਰਾਜ ਮੰਤਰੀ ਹੈ ਤਾਂ ਓਬਵੀਅਸ ਹੈ ਕਿ ਪੁਲਿਸ ਨੇ, ਪ੍ਰਸ਼ਾਸਨ ਨੇ ਉਹਨੂੰ ਅਹਿਮੀਅਤ ਜ਼ਿਆਦਾ ਦੇਣੀ ਆ। ਉਸ ਨੂੰ ਅਹਿਮੀਅਤ ਦਿੱਤੀ ਗਈ, ਉਹਨੂੰ ਥਾਣੇ ਦੇ SHO ਦਾ ਕੁਰਸੀ ਪ੍ਰਦਾਨ ਕੀਤੀ ਗਈ। ਉਸ ਗੱਲ ਨੂੰ ਲੈ ਕੇ ਇਹ ਵਿਕਾਸ ਦੁਬੇ ਇਸ ਗੱਲ ਨੂੰ ਸਮਝ ਗਿਆ ਕਿ ਇੱਥੇ ਮੇਰਾ ਮੁੱਲ ਘੱਟ ਪੈ ਰਿਹਾ ਹੈ ਤੇ ਮੰਤਰੀ ਦੀ ਯਾਦ ਹੋ ਰਹੀ ਹੈ। ਜੀ ਸੁਣਨ 'ਚ ਇਹ ਆਇਆ ਕਿ ਥਾਣੇਦਾਰ ਦੇ ਕਮਰੇ ਦੇ ਵਿੱਚ ਤੂੰ ਮੈਂ ਹੋਈ ਤੇ ਇਸ ਵਿਕਾਸ ਦੁਬੇ ਨੇ ਉਸ ਮੰਤਰੀ ਦਾ ਕਤਲ ਉੱਥੇ ਕਰਤਾ, ਥਾਣੇ ਦੇ ਵਿੱਚ SHO ਦੀ ਕੁਰਸੀ ਤੇ ਬੈਠੇ ਦਾ। ਉਸ ਤੋਂ ਬਾਅਦ 'ਚ ਹੋ ਹੱਲਾ ਹੋ ਗਿਆ ਤੇ ਇਹ ਤੇ ਇਹਦੇ ਸਾਥੀ ਉੱਥੋਂ ਨਿਕਲ ਗਏ। ਫਿਰ ਇਹ ਸਾਰਾ ਦਾ ਸਾਰਾ ਚਰਚਾ, ਸਾਰਾ ਜਿਹੜਾ ਸਿਸਟਮ ਹੁੰਦਾ ਸਰਕਾਰੀ ਤੌਰ ਤੇ ਮੰਤਰੀ ਦਾ ਕਤਲ ਹੋ ਜਾਣਾ, ਜੀ ਪੁਲਿਸ ਨੂੰ ਭਜਨਟ ਹੋਈ, ਸਾਰੇ ਪਾਸੇ ਰੈੱਡ ਅਲਰਟ ਸਾਰਾ ਕਰ ਦਿੱਤਾ ਗਿਆ। ਇਹਨੂੰ ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਹੋ ਗਿਆ, ਜੇਲ੍ਹ ਦੇ ਵਿੱਚ ਚਲਿਆ ਗਿਆ। ਪਰ ਸਰਕਾਰਾਂ ਬਦਲੀਆਂ, ਸਰਕਾਰ ਸਮਾਜਵਾਦੀ ਪਾਰਟੀ ਦੀ ਆ ਗਈ। ਔਰ ਇਹਦੇ ਰੋਚਕ ਪੱਖ ਇਹ ਵੀ ਨੇ ਕਿ ਬੰਦੇ ਨੂੰ ਸਜ਼ਾ ਹੋਈ ਹੋਵੇ ਮੰਤਰੀ ਦੇ ਕਤਲ 'ਚ, ਪਰ ਫਿਰ ਥੋੜੀ ਦੇਰ ਬਾਅਦ ਜ਼ਮਾਨਤ ਮਿਲ ਜੇ। ਹੁਣ ਇਹ ਸਾਰੀਆਂ ਚੀਜ਼ਾਂ ਦਰਸਾਉਂਦੀਆਂ ਸੀ ਕਿ ਸਮਾਜ ਪਹਿਲਾਂ ਬਹੁਜਨ ਸਮਾਜਵਾਦੀ ਪਾਰਟੀ ਦੇ ਨਾਲ ਤੇ ਮਾਇਆਵਤੀ ਦੀ ਪਾਰਟੀ ਦੇ ਨਾਲ ਚੰਗੇ ਰਿਲੇਸ਼ਨ ਸੀ। ਫਿਰ ਅਖਿਲੇਸ਼ ਯਾਦਵ ਤੇ ਉਹਦੇ ਪਾਪਾ ਮੁਲਾਇਮ ਸਿੰਘ ਯਾਦਵ, ਜਿਹੜਾ ਵੱਡਾ ਉੱਥੇ ਦਾ ਘਰਾਣਾ ਸਿਆਸੀ, ਉਹਨਾਂ ਦੇ ਨਾਲ ਇਹਦੇ ਰਿਲੇਸ਼ਨ ਸੀ। ਉਸ ਤੋਂ ਪਹਿਲਾਂ ਵੀ ਕਾਂਗਰਸੀਆਂ ਦੇ ਨਾਲ ਵੀ ਇਹਦੇ ਰਿਲੇਸ਼ਨ ਸੀ। ਫਿਰ ਇਹਨਾਂ ਦਿਨਾਂ 'ਚ ਇਹ ਮੰਨਿਆ ਜਾਂਦਾ ਸੀ ਕਿ ਜਿਹੜਾ ਵਿਕਾਸ ਦੁਬੇ ਹੈ, ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਦੀ ਜਿਹੜੀ ਸਰਕਾਰੀ ਗੱਡੀ ਹੈ ਉਹਦੇ 'ਚ ਵੀ ਸਫ਼ਰ ਕਰਿਆ ਕਰਦਾ ਸੀ। ਕਿਸ ਲੈਵਲ ਤੱਕ ਇਸ ਬੰਦੇ ਦੀ ਪਹੁੰਚ ਸੀ, ਕਿਸ ਤਰੀਕੇ ਨਾਲ ਇਹਨੇ ਸਾਰਾ ਸਿਸਟਮ ਸੈੱਟ ਕੀਤਾ ਹੋਇਆ ਸੀ। ਹੁਣ ਜਿੱਥੋਂ ਇਹ ਸਾਰੀ ਕਹਾਣੀ ਵਿਗੜੀ, ਹੁਣ ਕਹਾਣੀ ਇਹ ਵਿਗੜੀ ਕਿ ਬਿਕਰੂ ਪਿੰਡ ਦੇ ਵਿੱਚ ਇੱਕ ਵਿਅਕਤੀ ਨੇ ਸ਼ਿਵਲੀ ਥਾਣੇ 'ਚ ਜਾ ਕੇ ਸ਼ਿਕਾਇਤ ਕੀਤੀ ਕਿ ਮੈਨੂੰ ਵਿਕਾਸ ਦੁਬੇ ਨੇ ਮੇਰੀ ਜ਼ਮੀਨ ਧੱਕੇ ਨਾਲ ਆਪਣੇ ਨਾਂ ਕਰਾ ਲਈ, ਮੇਰੇ ਤੋਂ ਅੰਗੂਠਾ ਲਵਾ ਲਿਆ, ਮੈਨੂੰ ਘਰੇ ਕੁੱਟਮਾਰ ਕੀਤੀ ਹੈ। ਸ਼ਿਵਲੀ ਥਾਣੇ ਦਾ SHO ਇਹਦੇ ਕੋਲ ਜਾਂਦਾ ਕਿ ਤੇਰੇ ਖਿਲਾਫ ਭਾਈ ਆ ਸ਼ਿਕਾਇਤ ਆਈ ਹੈ। ਇਹ SHO ਨੂੰ ਚਾਹ ਪਾਣੀ ਪੁੱਛਣ ਦੀ ਬਜਾਏ ਉਹਦੀ ਬੇਇੱਜ਼ਤੀ ਕਰਕੇ ਘਰੋਂ ਭਜਾਉਂਦਾ। ਹੁਣ ਜਦੋਂ ਉਹ ਜਾ ਕੇ ਉੱਚ ਅਫਸਰਾਂ ਨੂੰ ਦੱਸਦਾ ਕਿ ਮੇਰੇ ਨਾਲ ਤਾਂ ਇਹ ਹੋਈ, ਫਿਰ ਉਸ ਦੇ ਵਿੱਚ ਇੱਕ DSP, ਕੁਛ ਇੰਸਪੈਕਟਰ, ਕੁਛ ਸਬ ਇੰਸਪੈਕਟਰ, ਇੱਕ ਫੋਰਸ ਤਿਆਰ ਕੀਤੀ ਜਾਂਦੀ ਹੈ। ਪਰ ਇਸ ਵਿਅਕਤੀ ਦੇ ਸੈੱਲ ਇੰਨੇ ਜ਼ਬਰਦਸਤ ਸੀ ਕਿ ਜੋ ਕਾਰਵਾਈ ਹੁੰਦੀ ਸੀ ਤਾਂ ਉਸ ਤੋਂ ਪਹਿਲਾਂ ਇਨਫੋਰਮੇਸ਼ਨ ਇਹਦੇ ਕੋਲੇ ਆ ਜਾਂਦੀ ਸੀ। ਹੁਣ ਉਹ ਪੁਲਿਸ ਨੇ ਇਹਨੂੰ ਦਬਿਸ਼ ਬਣਾਉਣ ਵਾਸਤੇ ਇਸ ਦੇ ਪਿੰਡ ਨੂੰ ਚੱਲੇ, ਪਰ ਪਤਾ ਲੱਗਿਆ ਕਿ ਇਹਦੇ ਥਾਣੇ 'ਚ ਹੀ ਪੁਲਿਸ ਨੇ ਇਨਫੋਰਮੇਸ਼ਨ ਦਿੱਤੀ ਕਿ ਤੈਨੂੰ ਪੁਲਿਸ ਗ੍ਰਿਫਤਾਰ ਕਰਨ ਆ ਰਹੀ ਆ। ਔਰ ਇਹ ਵੀ ਖਬਰਾਂ ਨੇ ਕਿ ਜਿਹੜਾ ਇਨਫੋਰਮੇਸ਼ਨ ਦੇਣ ਵਾਲਾ ਸੀ ਉਹਨੇ ਇੱਥੋਂ ਤੱਕ ਕਿਹਾ ਕਿ ਅੱਜ ਰਾਤ ਨੂੰ ਹੋ ਸਕਦਾ ਪੁਲਿਸ ਤੇਰਾ ਇਨਕਾਊਂਟਰ ਕਰ ਦੇ। ਫਿਰ ਇਹਨੇ ਆਪਣੇ ਜਿੰਨੇ ਗੁਰਗੇ ਸੀ, ਹਥਿਆਰਬੰਦ ਗੁਰਗੇ ਸੀ, ਉਹ ਆਪਣੇ ਬੁਲਾਏ। ਔਰ ਜਦੋਂ ਪੁਲਿਸ ਇਹਨਾਂ ਦੇ ਦਬਿਸ਼ ਕਰਨ ਵਾਸਤੇ ਰਾਤ ਨੂੰ 12-1 ਵਜੇ ਆ ਰਹੀ ਸੀ ਤਾਂ ਰਸਤੇ 'ਚ ਇੱਕ ਕ੍ਰੇਨ ਖੜਾਤੀ। ਕ੍ਰੇਨ ਖੜਨ ਨਾਲ ਗੱਡੀਆਂ ਆਉਣੀਆਂ ਨਹੀਂ ਸੀ, ਪੁਲਿਸ ਨੂੰ ਤੁਰ ਕੇ ਆਉਣਾ ਪੈ ਗਿਆ।
ਪੁਲਿਸ ਤੁਰ ਕੇ ਆ ਰਹੀ ਹੈ। ਇਹਦਾ ਘਰ ਆਪਣੇ ਪਿੰਡ ਵਿੱਚ ਕਾਫੀ ਉੱਚੀ ਥਾਂ ਤੇ ਹੈ, ਕਿਲਾ ਨੂਮੀ ਘਰ ਸੀ ਜਿਹੜਾ ਬਾਅਦ ਚੋਂ ਢਾਹ ਦਿੱਤਾ ਗਿਆ। ਔਰ ਉਸ ਦੇ ਅੰਦਰ ਕੋਈ ਇੰਨੀ ਦਹਿਸ਼ਤ ਸੀ ਇਹਦੀ, ਕੋਈ ਆ ਨਹੀਂ ਸੀ ਜਾ ਸਕਦਾ। ਲੋਕ ਪਿੰਡ ਦੇ ਡਰਦੇ ਸੀ, ਕੁਛ ਇਹਦਾ ਸਨਮਾਨ ਕਰਦੇ ਸੀ, ਭਾਵੇਂ ਡਰਦੇ ਹੋਏ ਸਨਮਾਨ ਕਰਦੇ ਸੀ। ਅੰਦਰ CCTV ਕੈਮਰੇ ਬਹੁਤ ਕੁਝ ਲੱਗਿਆ ਹੁੰਦਾ ਸੀ। ਹੁਣ ਆਪ ਉੱਪਰ ਬੈਠੇ ਆ, ਪੁਲਿਸ ਨੀਚੇ ਹੈ। ਜਦੋਂ ਪੁਲਿਸ ਨੇੜੇ ਆਉਂਦੀ ਆ ਤਾਂ ਇੱਕੋ ਦਮ ਗੋਲੀਆਂ ਚੱਲਦੀਆਂ ਨੇ, ਜਿਹਦੇ 'ਚ 8 ਪੁਲਿਸ ਅਫਸਰ ਮਾਰੇ ਜਾਂਦੇ, ਜਿਨ੍ਹਾਂ 'ਚੋਂ ਇੱਕ DSP, ਇੱਕ ਇੰਸਪੈਕਟਰ, 2 ਸਬ ਇੰਸਪੈਕਟਰ, ਫਿਰ ਹੋਰ ਉਹਨਾਂ ਦੇ ਪੁਲਿਸ ਮੁਲਾਜ਼ਮ ਤੇ 15 ਦੇ ਕਰੀਬ ਜ਼ਖਮੀ ਹੋ ਜਾਂਦੇ ਆ। ਹਾਹਾਕਾਰ ਮਚ ਜਾਂਦੀ ਹੈ। ਇਹ ਪਹਿਲੀ ਵਾਰੀ ਹੋਇਆ ਦੇਸ਼ ਦੇ ਇਤਿਹਾਸ ਦੇ ਵਿੱਚ ਕਿ ਪੁਲਿਸ ਤਾਂ ਅਪਰਾਧੀਆਂ ਨੂੰ ਘੇਰਦੀ ਆ, ਪਰ ਅਪਰਾਧੀਆਂ ਨੇ ਪੁਲਿਸ ਨੂੰ ਘੇਰ ਕੇ ਕਿਸ ਤਰੀਕੇ ਨਾਲ ਮਾਰਿਆ। ਉਸ ਤੋਂ ਬਾਅਦ 'ਚੋਂ ਫਿਰ ਸਾਰੀ ਭੱਜ-ਨੱਠ ਸ਼ੁਰੂ ਹੋਈ। ਭੱਜ-ਨੱਠ ਦੇ ਵਿੱਚ ਫਿਰ ਇਹ ਆਪਣਾ CCTV ਕੈਮਰੇ ਪਟ-ਪੁਟ ਕੇ ਉੱਥੋਂ ਲੈ ਗਿਆ ਤੇ ਨਾਲ ਦੇ ਸਾਥੀਆਂ ਨੂੰ UP ਪੁਲਿਸ ਨੇ ਲੱਭ-ਲੱਭ ਕੇ ਮਾਰਨਾ ਸ਼ੁਰੂ ਕੀਤਾ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਜਿਹਨੂੰ ਕਹਿੰਦੇ ਸੀ ਕਿ ਜੀ ਅਸੀਂ ਸਾਰੀ ਨਾਕਾਬੰਦੀ ਕਰਤੀ, ਉਹ ਤਾਂ 2 ਜ਼ਿਲ੍ਹੇ ਨਹੀਂ ਟੱਪਣ ਦੇਣਾ, ਉਹ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਦਾ ਰਿਹਾ। ਕਦੇ ਫਰੀਦਾਬਾਦ ਹੁੰਦਾ ਸੀ, ਕਦੇ ਕਾਨਪੁਰ 'ਚ ਦੇਖਿਆ ਗਿਆ। ਫਿਰ ਜਾ ਕੇ ਜਦੋਂ ਉਹਦੀ ਗ੍ਰਿਫਤਾਰੀ ਹੁੰਦੀ ਹੈ, ਉਹ UP ਨੂੰ ਛੱਡ ਕੇ ਮੱਧ ਪ੍ਰਦੇਸ਼ ਦਾ ਉਜੈਨ ਹੈ। ਉਜੈਨ ਦੇ ਵਿੱਚ ਮਹਾਕਾਲ ਦਾ ਮੰਦਿਰ ਹੈ, ਜਿੱਥੇ ਜਾ ਕੇ ਉਸ ਦੀ ਗ੍ਰਿਫਤਾਰੀ ਦਿਖਦੀ ਹੈ। ਹੁਣ ਰੋਚਕ ਗੱਲ ਜਿਹੜੀ ਅਰਸ਼ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਗੱਲ ਇਹ ਹੈ ਕਿ ਉੱਥੇ ਉਹਦੀ ਜਦੋਂ ਗ੍ਰਿਫਤਾਰੀ ਹੁੰਦੀ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਇਹ ਇਸ਼ਾਰੇ ਕਰਦੀਆਂ ਨੇ ਕਿ ਉਸ ਦੇ ਉੱਥੇ ਵੀ ਜ਼ਬਰਦਸਤ ਲਿੰਕ ਸੀ, ਜਿਹੜੇ ਹੁਣ ਐਨਕਾਊਂਟਰ ਤੋਂ ਬਾਅਦ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉੱਥੋਂ ਦੇ 2 ਥਾਣਿਆਂ ਦੇ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ, ਉਹਨਾਂ ਨੂੰ ਇੱਧਰ ਕਰ ਦਿੱਤਾ ਵੀ ਜੀ ਇਹਦੇ ਉੱਥੇ ਲਿੰਕ ਹੋ ਸਕਦੇ ਆ। ਹੁਣ ਐਡੇ ਲਿੰਕ ਡਿਵੈਲਪ ਕਰਨ ਵਾਸਤੇ ਬਿਨਾਂ ਸਰਕਾਰੀ ਤੰਤਰ ਤੋਂ, ਬਿਨਾਂ ਰਾਸ਼ਟਰੀ ਹੱਥ ਤੋਂ ਇਹ ਪੋਸੀਬਲ ਹੋ ਹੀ ਨਹੀਂ ਸਕਦਾ। ਹੁਣ ਉਹਦਾ ਮੁਕਾਬਲਾ ਆਖਰਕਾਰ ਉੱਥੋਂ ਉਜੈਨ ਤੋਂ ਜਿਸ ਤਰੀਕੇ ਨਾਲ ਉਹਦੀ ਗ੍ਰਿਫਤਾਰੀ ਹੋਈ, ਉਹਦੇ ਤੇ ਸਵਾਲ ਉੱਠੇ। 2 ਵਕੀਲਾਂ ਦਾ UP ਦੀਆਂ ਗੱਡੀਆਂ ਦਾ ਜਾ ਕੇ ਉਜੈਨ ਦੇ ਹੋਟਲ ਦੇ ਵਿੱਚ ਰਹਿਣਾ, ਉਹਨਾਂ ਤੋਂ ਪੁੱਛਗਿੱਛ ਹੋਣੀ, ਫਿਰ ਇੱਥੋਂ ਦਾ ਇੱਕ ਪੋਲੀਟੀਕਲ ਬੰਦਾ ਜਿਹੜਾ ਇੱਥੋਂ ਦਾ ਇੰਚਾਰਜ ਹੁੰਦਾ ਸੀ, ਉੱਥੇ ਦਾ ਗ੍ਰਹਿ ਮੰਤਰੀ ਹੋਣਾ ਉਸ ਏਰੀਏ ਦਾ ਜਾ ਕੇ, ਫਿਰ ਇਹਦੀ ਗ੍ਰਿਫਤਾਰੀ ਉੱਥੇ ਜਾ ਕੇ ਹੋਣੀ। ਇਹ ਬਹੁਤ ਸਾਰੀਆਂ ਕੋਰਿਲੇਟ ਆਪਸ 'ਚ ਘੜੀਆਂ ਜੁੜਦੀਆਂ ਨੇ। ਪਰ ਜਿਸ ਤਰੀਕੇ ਨਾਲ ਆ ਕੇ ਹੁਣ ਪੁਲਿਸ, ਨਹੀਂ ਤਾਂ ਇਹ ਹੁੰਦਾ ਕਿ ਉੱਥੋਂ ਦੀ ਪੁਲਿਸ ਗ੍ਰਿਫਤਾਰ ਕਰਦੀ ਹੈ, ਉੱਥੋਂ ਤੁਸੀਂ ਟ੍ਰਾਂਜ਼ਿਟ ਰਿਮਾਂਡ ਲੈ ਕੇ ਆਉਣੇ, ਫਿਰ ਇੱਥੇ ਆ ਕੇ ਉਹਦੇ ਤੇ ਸਾਰਾ ਕੁਝ ਚਲਾਇਆ ਜਾਂਦਾ। ਨਹੀਂ, ਪਹਿਲਾਂ ਉਹਨੇ ਉੱਥੇ ਜੇਲ੍ਹ 'ਚ ਜਾਣਾ ਸੀ। ਬੜਾ ਹੀ ਇੱਕ ਜਿਹੜੀ ਇਹ ਸਟੋਰੀ ਹੁਣੇ ਕ੍ਰੀਏਟ ਕੀਤੀ ਗਈ ਹੈ, ਇਹਨੇ ਇੱਕ ਸਵਾਲ ਇਹ ਖੜੇ ਕਰ ਦਿੱਤੇ ਹੈ। ਮੁਕਾਬਲਾ ਹੋ ਗਿਆ, ਬੰਦਾ ਮਰ ਗਿਆ, ਲੋਕਾਂ ਨੇ, ਕਿਸੇ ਨੇ ਖੁਸ਼ੀ ਮਨਾਈ, ਕਿਸੇ ਨੇ ਸਵਾਲ ਖੜੇ ਕੀਤੇ। ਪਰ ਇਸ ਸਾਰੀ ਘਟਨਾਕ੍ਰਮ ਦੇ ਵਿੱਚ ਸਾਡੀ ਜੁਡੀਸ਼ਰੀ ਸਿਸਟਮ ਦੀ ਬਹੁਤ ਵੱਡੀ ਪ੍ਰੀਖਿਆ ਹੋਣੀ ਆ। ਦੇਸ਼ ਦੇ ਵਿੱਚ ਦੇਸ਼ ਨੂੰ ਚਲਾਉਣ ਵਾਸਤੇ ਇੱਕ ਲੋਕਤੰਤਰ ਹੁੰਦਾ, ਇੱਕ ਸੰਵਿਧਾਨ ਹੁੰਦਾ, ਇੱਕ ਕਾਨੂੰਨ ਹੁੰਦਾ, ਇੱਕ ਜੁਡੀਸ਼ਰੀ ਹੁੰਦੀ ਹੈ, ਜਿਹਨੇ ਸਾਰਿਆਂ ਨੂੰ ਦੋਸ਼ੀ ਤੇ ਨਿਰਦੋਸ਼ ਸਾਬਤ ਕਰਨਾ ਹੁੰਦਾ ਸਬੂਤਾਂ ਦੇ ਆਧਾਰ ਤੇ। ਜੇਕਰ ਟਿਟ ਫੋਰ ਟੈਟ ਇਸ ਤਰੀਕੇ ਨਾਲ ਹੋਣ ਲੱਗ ਗਿਆ, ਜੇਕਰ ਜਿੱਥੇ ਚਾਹਿਆ ਕਿ ਪੁਲਿਸ ਨੇ ਹਾਂਜੀ ਉਹਨਾਂ ਨੇ ਮਾਰਦੇ, ਪੁਲਿਸ ਜਾ ਕੇ ਬੰਦੇ ਚੱਕ ਐਂ ਲੱਗੀ ਮਾਰਨ, ਫਿਰ ਉੱਥੇ ਤੁਹਾਡਾ ਪੂਰਨ ਰੂਪ ਵਿੱਚ ਇੱਕ ਸਿਵਲ ਵਾਰ ਵਾਲਾ ਮਾਹੌਲ ਬਣ ਜਾਣਾ। ਫਿਰ ਤਾਂ ਜਿਹੜਾ ਮਰਜ਼ੀ ਹੈ, ਤੁਸੀਂ ਉਹਨੂੰ ਅਦਾਲਤ, ਤੁਹਾਨੂੰ ਸੜਕ ਤੇ ਕਿਸੇ ਨੇ ਤੁਹਾਨੂੰ ਮਾੜਾ ਚੰਗਾ ਕਿਹਾ, ਉੱਥੇ ਮਾਰ ਦਿਓ। ਫਿਰ ਤਾਂ ਕਾਨੂੰਨ ਨਾਂ ਦੀ ਚੀਜ਼ ਤਾਂ ਮੁਲਕ ਦੇ ਵਿੱਚ ਰਹੀ ਹੋ ਕੋਈ ਨਾ। ਹੁਣ ਉਸ ਤੋਂ ਬਾਅਦ ਚੋਂ ਉਸ ਦਾ ਜਿਹੜਾ ਕਤਲ ਹੋਣਾ, ਔਰ ਜਿਸ ਤਰੀਕੇ ਨਾਲ ਪੁਲਿਸ ਨੇ ਸਟੋਰੀ ਘੜੀ, ਜਦੋਂ ਮੀਡੀਆ ਨਾਲ ਕਾਨਪੁਰ ਤੱਕ ਉਹਦੇ ਪਿੱਛੇ ਆ ਰਿਹਾ ਸੀ, ਜਿੱਥੇ ਥਾਂ ਤੇ ਬਕੂਆ ਦਿਖਾਇਆ ਗਿਆ, ਜਿੱਥੇ ਉਸ ਦੇ ਨਾਲ ਐਨਕਾਊਂਟਰ ਦਿਖਾਇਆ ਗਿਆ, ਜਿੱਥੇ ਇਹ ਕਿਹਾ ਗਿਆ ਕਿ ਗੱਡੀ ਉਲਟ ਗਈ ਸੀ ਜੀ, ਗੱਡੀ ਚੋਂ ਨਿਕਲ ਕੇ ਉਹ ਭੱਜਣ ਦੀ ਕੋਸ਼ਿਸ਼ ਲੱਗਿਆ ਸੀ ਕਰਨ। ਔਰ ਰੋਚਕ ਤੱਥ ਇਹ ਹੈ ਕਿ ਉਸ ਘਟਨਾ ਤੋਂ ਟੋਟਲੀ 2 ਕਿਲੋਮੀਟਰ ਪਿੱਛੇ ਸਾਰੇ ਮੀਡੀਆ, ਜਦੋਂ ਪੁਲਿਸ ਦੀਆਂ ਗੱਡੀਆਂ STF ਦੀਆਂ ਆਉਂਦੀਆਂ ਨੇ, ਉਹਨਾਂ ਨੂੰ ਨਿਕਲਣ ਦਾ ਦਿੱਤਾ, ਪਰ ਪੁਲਿਸ ਪੱਤਰਕਾਰਾਂ ਦੀਆਂ ਗੱਡੀਆਂ ਉੱਥੇ ਰੋਕ ਲੈਂਦੀ ਹੈ। ਔਰ 2 ਕਿਲੋਮੀਟਰ ਬਾਅਦ ਜਾ ਕੇ ਚੰਗੀ ਭਲੀ ਜਾਂਦੀ ਗੱਡੀ ਉਲਟ ਜਾਂਦੀ ਹੈ ਤੇ ਬੰਦਾ ਜਿਹੜਾ ਪਹਿਲਾਂ ਹੱਥ ਖੜੇ ਕਰਕੇ ਆਪਣੇ ਤਰੀਕੇ ਨਾਲ ਸਰੈਂਡਰ ਕਰਦਾ ਹੈ, ਉਹ ਫਿਰ ਉਹਨਾਂ ਦਾ ਪਿਸਤੌਲ ਵੀ ਖੋਹ ਲੈਂਦਾ, ਉਹਦੇ ਹੱਥ ਕੜੀ ਵੀ ਲੱਗੀ ਹੋਣੀ ਆ, ਫਿਰ ਉਹ ਗੋਲੀ ਵੀ ਚਲਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਬੰਦਾ ਭੱਜਦਾ ਹੈ ਤਾਂ ਭੱਜਦੇ ਤੇ ਪਿੱਠ 'ਚ ਗੋਲੀ ਲੱਗਣੀ ਚਾਹੀਦੀ ਹੈ, ਪਰ ਉਸ ਬੰਦੇ ਦੀ ਛਾਤੀ 'ਚ ਤੇ ਢਿੱਡ 'ਚ ਗੋਲੀਆਂ ਲੱਗੀਆਂ ਹੋਈਆਂ ਨੇ। ਸੋ ਇਹ ਜਿਹੜੀ ਇੱਕ 3rd ਕਲਾਸ ਫਿਲਮ ਦੀ 4th ਕਲਾਸ ਡਿਗਰੀ ਦੀ ਜਿਹੜੀ ਕਹਾਣੀ ਪੁਲਿਸ ਨੇ ਬਣਾਈ ਹੈ, ਇਹ ਸਪਸ਼ਟ ਰੂਪ ਵਿੱਚ ਦੱਸਦੀ ਹੈ ਕਿ ਇਹ ਕਿਤੇ ਨਾ ਕਿਤੇ ਪੁਲਿਸ ਨੇ ਉਹਨੂੰ ਮਾਰ ਮੁਕਾ ਕੇ ਖੁੰਝੇ ਲਾਤਾ ਹੈ। ਹੁਣ ਉਹਨੂੰ ਤਾਂ ਮਾਰਤਾ ਹੈ, ਪਰ ਬਹੁਤ ਸਾਰੇ ਲੋਕ ਇਸ ਗੱਲ ਤੇ ਸਵਾਲ ਉੱਠਦੇ ਆ, ਸਵਾਲ ਚੱਕਦੇ ਆ ਕਿ ਉਹਨੂੰ ਨਹੀਂ ਮਾਰਿਆ, ਬਹੁਤ ਸਾਰੇ ਚਿਟਕਪਟੀਆਂ ਨੂੰ ਬਚਾਇਆ ਹੈ। ਬਹੁਤ ਸਾਰੇ ਅਫਸਰ ਜਿਨ੍ਹਾਂ ਦੇ ਉਹਦੇ ਨਾਲ ਲਿੰਕ ਸੀ ਜਾਂ ਪੋਲੀਟੀਕਲ ਪਾਰਟੀਆਂ ਦੇ ਸੀ, ਜਿਹੜੇ BJP ਦੇ 2 ਨੇਤਾਵਾਂ ਦੀਆਂ ਗੱਡੀਆਂ ਉਹਦੇ ਘਰ 'ਚ ਖੜੀਆਂ ਸੀ ਜਦੋਂ ਢਾਉਣ ਗਏ ਸੀ, ਉਹ ਕੌਣ ਵਿਅਕਤੀ ਸਨ, ਕੌਣ ਉਹਦੀ ਮਦਦ ਕਰਦੇ ਸਨ। ਸੋ ਹਮਾਮ 'ਚ ਸਾਰੇ ਨੰਗੇ ਨੇ। ਸੋ ਉਸ ਗੱਲ ਦੇ ਵਿੱਚ ਉਹ ਤਾਂ ਖਤਮ ਹੋ ਗਿਆ, ਪਰ ਸਵਾਲ ਬਹੁਤ ਖੜੇ ਹੋ ਗਏ ਆ, ਜਿਹਦੇ ਨਾਲ ਇਹ ਹੁਣ ਆਉਂਦਾ ਸਮਾਂ ਦੇਖਦੇ ਹਾਂ ਹੁਣ ਜੁਡੀਸ਼ਰੀ ਤੇ ਕੀ ਫੈਸਲਾ ਲੈਂਦੀ ਹੈ।
ਜਾਂ ਫਿਰ 2-4 ਦਿਨ ਚਰਚਾ ਹੋ ਕੇ ਫਿਰ ਚੁੱਪ-ਚਮਾਤ ਹੋ ਜੂਗੀ। ਬਿਲਕੁਲ, ਤੇ ਨਾਲ ਉਹਦੇ 33 ਜਿਹੜੇ ਸਾਥੀ ਸੀ ਉਹਨਾਂ ਤੇ ਵੀ ਹੁਣ ਜਿਹੜੀ ਹੈਗੀ ਹੈ ਜਾਂਚ ਕੀਤੀ ਜਾਵੇਗੀ, ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ। ਜਿਵੇਂ ਤੁਸੀਂ ਦੱਸਿਆ ਕਿ ਐਨਕਾਊਂਟਰ ਜਿਹੜਾ ਸ਼ਬਦ ਹੈਗਾ ਉਹ ਵਰਤ ਲੈਣਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਚਾ ਲੈਣਾ ਹੈਗਾ ਆ, ਕਿਉਂਕਿ ਐਨਕਾਊਂਟਰ ਹੀ ਜਦੋਂ ਕਹਿ ਦਿੱਤਾ ਕਿ ਭੱਜਣ ਦੀ ਕੋਸ਼ਿਸ਼ ਕੀਤੀ ਸੀ ਕਿਸੇ ਨੇ, ਉਦੋਂ ਬਾਅਦ ਸਵਾਲ ਹੀ ਨਹੀਂ ਕਰਨਾ ਹੈਗਾ। ਸੋ ਇਹ ਆਪਣੇ ਆਪ ਨੂੰ ਬਚਾਉਣ ਦੀਆਂ, ਜਿਵੇਂ ਤੁਸੀਂ ਦੱਸਿਆ ਕਿ ਕੁਝ ਵੱਡੇ ਨੇਤਾਵਾਂ ਨੂੰ, ਵੱਡੇ ਨਾਵਾਂ ਨੂੰ ਬਚਾਉਣ ਦੇ ਪਿੱਛੇ ਇੱਕ ਬੰਦੇ ਦੀ ਜਾਨ ਲਈ ਜਾਣੀ ਜਿਹੜਾ ਹੈ, ਇਹ ਸਾਰੀ ਇੱਕ ਫਿਲਮੀ ਸਟੋਰੀ ਬਣਾ ਦਿੱਤੀ ਜਾਣੀ, ਇਹੀ ਜਿਹੜੀ ਸਾਡੇ ਸਾਹਮਣੇ ਰੱਖਿਆ ਜਾ ਸਕਦਾ ਹੈ। ਤੇ ਅੱਗੇ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਹੁਣ ਕੀ ਹੋਊਗਾ, ਕਿ ਕਿਵੇਂ ਹੁਣ ਇਸ ਫੈਸਲੇ ਨੂੰ ਜਿਹੜਾ ਬਦਲਿਆ ਜਾਂਦਾ ਹੈਗਾ। ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਇਦਾਂ ਹੀ ਆਉਂਦੀਆਂ ਨੇ ਕਿ ਆਉਣ ਵਾਲਾ ਸਮਾਂ ਦੱਸੂਗਾ, ਪਰ ਉਹ ਆਉਣ ਵਾਲਾ ਸਮਾਂ ਕਦੇ ਆਇਆ ਨਹੀਂ ਮੈਨੂੰ ਲੱਗਦਾ। ਖਾਸ ਤੌਰ ਤੇ ਅਰਸ਼, ਜਦੋਂ ਜਿਹੜੇ ਦੇਸ਼ ਦੇ ਵਿੱਚ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹੋਣ, ਔਰ ਜਿਵੇਂ ਮੈਂ ਪਿੱਛੇ ਵੀ ਤੁਹਾਡੇ ਨਾਲ ਗੱਲ ਕਰਦਾ ਸੀ ਕਿ ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਡਿਟੀਰੀਏਸ਼ਨ ਜਦੋਂ ਆ ਜਾਵੇ, ਸਮਾਜ ਦੇ ਵਿੱਚ ਗਿਰਾਵਟ ਆ ਜਾਏ, ਉੱਥੇ ਫਿਰ ਧਿਰਾਂ ਬਣ ਜਾਂਦੀਆਂ ਨੇ। ਇੱਕ ਸਵਾਲ ਖੜਦੇ ਆ ਤਾਂ ਦੂਜੀ ਉਹਦੇ ਹੱਕ 'ਚ ਖੜ ਜਾਂਦੀ ਹੈ। ਸੋ ਇਸੇ ਕਰਕੇ ਇਹ ਸਾਰੀਆਂ ਚੀਜ਼ਾਂ ਇਹ ਇਸ ਤਰੀਕੇ ਨਾਲ ਨੇ ਕਿ ਉਹਨਾਂ ਤੇ ਬਹੁਤ ਸਾਰੀਆਂ ਚੀਜ਼ਾਂ ਤੇ ਸਵਾਲ ਉੱਠਦੇ ਹੀ ਨਹੀਂ, ਜਿਹੜੇ ਉੱਠਦੇ ਲਾਜ਼ਮੀ ਨੇ। ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਕਿ ਕੇਸ ਜਿਹੜੇ ਨੇ ਓਪਨ ਹੋ ਜਾਂਦੇ ਨੇ, ਕਲੋਜ਼ ਹੋ ਜਾਂਦੇ ਨੇ, ਕੋਈ ਵੀ ਕਦੇ ਫੈਸਲਾ ਨਹੀਂ ਆਇਆ ਉਹਨਾਂ ਤੇ। ਉਹਦਾ ਨਤੀਜਾ ਜਿਹੜਾ ਰਿਜ਼ਲਟ ਹੈਗਾ ਆ, ਉਹ ਕਈ ਤਾਂ ਲੋਕ ਉਡੀਕ ਕਰਦੇ ਕਰਦੇ, ਜੇ ਕੋਈ ਕਿਸੇ ਨੇ ਕੇਸ ਕੀਤਾ ਤਾਂ ਉਡੀਕ ਕਰਦੇ ਕਰਦੇ ਮਰ ਜਾਂਦੇ ਨੇ, ਪਰ ਉਹਨਾਂ ਨੂੰ ਫੈਸਲਾ ਨਹੀਂ ਹੁੰਦਾ। ਕਈ ਪੁਸ਼ਤਾਂ ਜਿਹੜੀਆਂ ਨੇ ਉਹ ਲੱਗ ਜਾਂਦੀਆਂ ਨੇ ਕੇਸਾਂ ਨੂੰ ਨਜਿੱਠਦੇ। ਕਈ ਫਾਈਲਾਂ ਨੇ ਜਿਹੜੀਆਂ ਉੱਦਾਂ ਹੀ ਪਈਆਂ ਨੇ, ਕੋਈ ਵੀ ਉਹਦਾ ਰਿਜ਼ਲਟ ਨਹੀਂ ਆਇਆ। ਹੁਣ ਆਉਣ ਵਾਲਾ ਸਮਾਂ ਦੱਸੇਗਾ, ਇਹੀ ਸਿਰਫ ਅਸੀਂ ਕਹਿ ਸਕਦੇ ਹਾਂ। ਪਰ ਹੁਣ ਜੇ ਅਸੀਂ ਭਾਰਤ ਦੀ ਗੱਲ ਕਰ ਹੀ ਰਹੇ ਹਾਂ ਹਰਪ੍ਰੀਤ ਜੀ, ਕਿ ਭਾਰਤ ਦੇ ਵਿੱਚ ਕੀ ਕੁਝ ਹੋ ਰਿਹਾ ਹੈਗਾ ਆ, ਤੇ ਹੁਣ ਸਟੂਡੈਂਟ ਜੋ ਸਾਡਾ ਭਵਿੱਖ ਨੇ, ਸਾਡਾ ਆਉਣ ਦਾ ਭਵਿੱਖ ਨੇ, ਕਿ ਸਟੂਡੈਂਟਸ ਦੇ ਲਈ ਜਿਹੜਾ ਹੈਗਾ, ਯੂਥ ਦੇ ਲਈ ਕੀ ਕੁਝ ਕੀਤਾ ਜਾਂਦਾ ਹੈਗਾ। ਸਭ ਤੋਂ ਮੁੱਢਲੀ ਜਿਹੜੀ ਚੀਜ਼ ਹੈਗੀ ਹੈ ਉਹਨਾਂ ਦੀ ਪੜ੍ਹਾਈ ਹੈ, ਕਿ ਪੜ੍ਹਾਈ ਦੇ ਵਿੱਚ ਕੀ ਹੋਣਾ ਚਾਹੀਦਾ। ਜੇ ਹੁਣ ਅਸੀਂ ਸਾਡੇ ਕੈਨੇਡਾ ਦੀ ਗੱਲ ਕਰ ਲਈਏ, ਕੈਨੇਡਾ ਦੇ ਵਿੱਚ ਹੁਣ ਓਨਟਾਰੀਓ ਸਰਕਾਰ ਹੈਗੀ ਹੈ, ਉੱਥੇ ਜਿਹੜਾ ਮੈਥ ਦਾ ਸੀ ਨਾ, ਉਹਨੂੰ ਕਹਿ ਰਹੇ ਸੀ ਕਿ ਰੇਸਿਜ਼ਮ ਹੋ ਰਿਹਾ ਅਪਲਾਈਡ ਮੈਥ ਨੂੰ ਲੈ ਕੇ, ਤੇ ਜਿਹੜਾ ਅਸੀਂ ਗੱਲ ਕਰ ਲਈਏ ਐਕੈਡੈਮਿਕ ਮੈਥ ਨੂੰ ਲੈ ਕੇ, ਇਹ ਦੋਨੇ ਚੀਜ਼ਾਂ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਚੁਣਨੇ ਪੈਂਦੇ ਨੇ, ਸੀ ਅਪਲਾਈਡ ਮੈਥ ਰੱਖਣਾ, ਐਕੈਡੈਮਿਕ ਮੈਥ ਰੱਖਣਾ ਹੈਗਾ ਆ। ਫਿਰ ਸਾਨੂੰ ਪਤਾ ਨਹੀਂ ਅਸੀਂ ਯੂਥ ਨੂੰ ਕੀ ਪੜ੍ਹਾ ਰਹੇ ਹੈਗੇ ਆ। ਫਿਰ ਉਹਨਾਂ ਨੇ ਇਹ ਵੀ ਅਨਾਉਂਸ ਕੀਤਾ ਕਿ ਕੋਡਿੰਗ ਸਿਖਾਈ ਜਾਊਗੀ ਬੱਚਿਆਂ ਨੂੰ। ਸੋ ਜਿਹੜਾ ਕੁਝ ਹੁਣ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ, 10 ਸਾਲਾਂ ਬਾਅਦ ਉਹਨਾਂ ਨੇ ਅੱਗੇ ਆਉਣਾ ਹੈਗਾ, ਆਪਣੇ ਦੇਸ਼ ਦੇ ਲਈ ਅੱਗੇ ਆਉਣਾ ਹੈਗਾ, ਆਪਣੇ ਲਈ ਅੱਗੇ ਆਉਣਾ ਹੈਗਾ। ਬਹੁਤ ਸਾਰੀਆਂ ਖੋਜਾਂ ਆਉਣੀਆਂ ਬੱਚਿਆਂ ਚੋਂ, ਕਿਸੇ ਨੇ ਸਾਇੰਟਿਸਟ ਬਣਨਾ ਹੈ, ਕਿਸੇ ਨੇ IT ਸੈਕਟਰ ਦੇ ਵਿੱਚ ਜਾਣਾ, ਕਿਸੇ ਨੇ ਨੇਤਾ ਬਣਨਾ ਹੈ, ਯੂ ਨੈਵਰ ਨੋ, ਹਨਾ। ਕਿ ਯੂਥ ਨੂੰ ਜੋ ਅਸੀਂ ਸਿਖਾ ਰਹੇ ਹੈਗੇ ਅੱਗੇ ਜਾ ਕੇ, ਜੇ ਅਸੀਂ ਵਧੀਆ ਚੀਜ਼ ਸਿਖਾ ਰਹੇ ਹਾਂ, ਉਹਦਾ ਰਿਜ਼ਲਟ ਵੀ ਵਧੀਆ ਆਊਗਾ। ਹੁਣ ਇੰਡੀਆ ਦੇ ਵਿੱਚ ਅਸੀਂ ਗੱਲ ਕਰ ਲਈਏ ਕਿ ਇੰਡੀਆ ਦੇ ਵਿੱਚ CBSE ਨੇ ਜਿਹੜੇ ਟੌਪਿਕ ਹੀ ਚੱਕ ਲਏ ਹੈਗੇ ਆ। ਜੇ ਡੀਮੋਨੇਟਾਈਜੇਸ਼ਨ ਦੀ ਗੱਲ ਕਰ ਲਈਏ, ਨੈਸ਼ਨਲਿਜ਼ਮ ਦੀ ਗੱਲ ਕਰ ਲਈਏ, ਅਸੀਂ ਸਿਟੀਜ਼ਨਸ਼ਿਪ ਦੀ ਗੱਲ ਕਰ ਲਈਏ, ਸੋ ਇਹ ਸਾਰੇ ਜਿਹੜੇ ਟੌਪਿਕ ਨੇ ਉਹ ਕੱਢ ਲਏ ਗਏ ਨੇ। ਕਿੱਥੇ ਤਾਂ ਅਸੀਂ ਚੀਜ਼ਾਂ ਬੱਚਿਆਂ ਨੂੰ ਸਿਖਾ ਰਹੇ ਹਾਂ ਕਿ ਕੀ ਹੋ ਰਿਹਾ, ਸਾਨੂੰ ਹਿਸਟਰੀ ਬਾਰੇ ਪਤਾ ਹੋਣਾ ਚਾਹੀਦਾ, ਕਿੱਥੇ ਇਹ ਚੀਜ਼ਾਂ ਅਸੀਂ ਬੱਚਿਆਂ ਤੋਂ ਟੌਪਿਕ, ਇਹ ਵਿਸ਼ੇ ਹੀ ਜਿਹੜੇ ਰੱਖ ਲਏ, ਉਹਦਾ ਕੀ ਨਤੀਜਾ ਹੋਣ ਵਾਲਾ, ਤੁਹਾਨੂੰ ਕੀ ਲੱਗਦਾ? ਬੜਾ ਇੰਪੋਰਟੈਂਟ ਸਵਾਲ ਤੁਸੀਂ ਇਹ ਪੁੱਛਿਆ ਮੈਨੂੰ। ਭਾਰਤ ਦੇ ਵਿੱਚ ਜਦੋਂ ਇਹ ਜਿਹੜੀ ਸੱਤਾਧਾਰੀ ਧਿਰ ਹੈ, ਹੁਣ ਇਹਦਾ 6ਵਾਂ ਸਾਲ ਹੈ। 2013 ਦੇ ਵਿੱਚ ਜਦੋਂ ਨਰਿੰਦਰ ਮੋਦੀ ਨੂੰ ਕੰਪੇਨਿੰਗ ਕਮੇਟੀ ਦਾ ਚੇਅਰ ਬਣਾਇਆ ਗਿਆ, ਰੈਲੀਆਂ ਸ਼ੁਰੂ ਹੋਈਆਂ, ਤਾਂ ਰੈਲੀਆਂ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਇਸ ਗੱਲ ਦਾ ਹੋਣ ਲੱਗਿਆ ਕਿ ਇਹ ਜਿਹੜਾ ਇੱਕ ਟੈਗ ਲਾਈਨਾਂ ਚਲਾਈਆਂ ਗਈਆਂ ਕਿ ਸਭ ਕਾ ਸਾਥ ਔਰ ਸਭ ਕਾ ਵਿਕਾਸ। ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਪਹਿਲਾਂ ਵਿਕਾਸ ਰੁਕਿਆ ਹੋਇਆ ਸੀਗਾ, ਕਿ ਇਹਨਾਂ ਤੋਂ ਬਾਅਦ 'ਚੋਂ ਸ਼ਾਇਦ ਭਾਰਤ ਦਾ ਹੋ ਜੇ। ਪਰ ਮੈਂ ਉਸ ਵੇਲੇ ਦੇ ਹਾਲਾਤਾਂ ਤੇ ਵੀ 2013 'ਚ ਵੀ ਮੀਡੀਆ 'ਚ ਗੱਲਬਾਤ ਕਰਦਾ, ਮੈਂ ਉਦੋਂ ਸ਼ੰਕਾ ਜ਼ਾਹਰ ਕੀਤਾ ਸੀ ਕਿ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਫਿਰਕੂਵਾਦ ਤੇ ਨਸਲ ਨੂੰ ਸ਼ਹਿ ਦਿੱਤੀ ਜਾ ਰਹੀ ਹੈ ਜੀ, ਔਰ ਉਸ ਦੇ ਨਾਲ ਦੇਸ਼ ਦੇ ਵਿੱਚ ਬੜੇ ਭਿਆਨਕ ਸਿੱਟੇ ਨਿਕਲ ਸਕਦੇ ਆ, ਔਰ ਦੇਸ਼ ਆਪਸ ਵਿੱਚ ਭੇੜ ਪੈਸਾ ਦਾ ਕਮਿਊਨਲ ਹਾਰਮਨੀ ਖਰਾਬ ਹੋ ਸਕਦੀ ਹੈ। ਆਖਰ ਦੇਸ਼ ਨੇ ਵੋਟਾਂ ਪਈਆਂ, ਲੋਕਤੰਤਰ ਦੇ ਨਾਂ ਤੇ ਵੋਟਾਂ ਪਈਆਂ। ਹਾਲਾਂਕਿ ਸਾਡਾ ਜਿਹੜਾ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਮਸ਼ੀਨਾਂ ਤੇ ਸਵਾਲ ਖੜੇ ਹੁੰਦੇ ਆ ਕਿ ਲੋਕਤੰਤਰ ਦੀਆਂ ਵੋਟਾਂ ਪਈਆਂ ਨੇ ਜਾਂ ਲੁੱਟੀਆਂ ਨੇ। 2014 ਤੋਂ ਬਾਅਦ ਸਭ ਨੇ ਸਾਥ ਤਾਂ ਦਿੱਤਾ, ਪਰ ਵਿਕਾਸ ਕਿਹਦਾ ਹੋਇਆ? 2-4 ਲੀਡਰਾਂ ਦਾ, ਮੋਦੀ ਸਾਹਿਬ ਦਾ ਹੋ ਗਿਆ, ਅਮਿਤ ਸ਼ਾਹ ਦਾ ਹੋ ਗਿਆ, ਜਿਹੜੇ ਤੇ ਕੇਸ ਸੀ ਉਹਨਾਂ ਦੇ ਕੇਸ ਬੰਦ ਹੋ ਗਏ, ਜਾਂ ਫਿਰ ਜਿਹੜੇ ਖਾਸਮ ਖਾਸ ਸੀ ਅਡਾਨੀ ਸਾਹਿਬ ਦਾ ਵਿਕਾਸ ਹੋ ਗਿਆ। ਉਹਨਾਂ ਨੂੰ 50-50 ਹਜ਼ਾਰ, ਲੱਖ ਕਰੋੜ ਦੇ ਠੇਕੇ ਬਾਹਰਲੇ ਮੁਲਕਾਂ 'ਚ ਮਿਲ ਲਾ ਕੇ, ਜਿਹੜੇ ਜਹਾਜ਼ 'ਚ ਮੋਦੀ ਸਾਹਿਬ ਘੁੰਮਦੇ ਸੀ ਉਹਨਾਂ ਦੇ ਹੋਰ ਜਹਾਜ਼ ਕਈ ਹੋ ਗਏ ਅਡਾਨੀਆਂ ਦੇ। ਜਾਂ ਫਿਰ
ਅੰਬਾਨੀਆਂ ਦਾ ਦੁਨੀਆ ਦੀਆਂ ਜਿਹੜੇ ਵੱਡੇ ਮੈਗਜ਼ੀਨ ਨੇ, ਟਾਈਮਸ ਨੇ, ਉਹਨਾਂ 'ਤੇ ਟਾਈਟਲ ਆ ਗਏ ਕਿ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਦੇ ਵਿੱਚ ਜਿਹੜਾ 99ਵੇਂ ਸਥਾਨ 'ਤੇ ਆਉਂਦਾ ਹੈ ਉਹ ਭਾਰਤ ਦਾ ਹੈ। ਉਹਨਾਂ ਦੇ ਤਾਂ ਹੋ ਗਏ, ਹੋਰ ਕੁਝ ਧੰਨਾ ਸੇਠ ਸੀ ਜਿਹੜੇ ਇਹਨਾਂ ਦੇ ਬੜੇ ਖਾਸਮ ਖਾਸ ਸੀ, ਜਿਨ੍ਹਾਂ ਦਾ ਵਿਕਾਸ ਹੋਇਆ। ਉਹਨਾਂ ਦੇ ਵਿੱਚ ਫਿਰ ਮੇਹੁਲ ਚੌਕਸੀ ਦੀ ਆਪਾਂ ਗੱਲ ਕਰ ਲਈਏ, ਜਾਂ ਵਿਜੇ ਮਾਲੀਆ ਸਾਹਿਬ ਦੀ ਗੱਲ ਕਰ ਲਈਏ, ਜਾਂ ਫਿਰ ਜਿਹੜੇ ਹੋਰ ਮੋਦੀ, ਲਲਿਤ ਮੋਦੀ ਦੀ ਗੱਲ ਕਰ ਲਈਏ, ਜਾਂ ਫਿਰ ਇੱਕ ਜਿਹੜਾ ਇੱਕ ਮੋਦੀ ਇੰਗਲੈਂਡ ਲੁਕਿਆ ਹੋਇਆ, ਉਹ ਤਾਂ ਸਾਰੇ ਲੁੱਟ ਕੇ ਬੈਠ ਕੇ ਉਡਣ ਖਟੋਲਿਆਂ 'ਚ ਉੜ ਗਏ। ਪਰ ਬਾਕੀ ਜਿਹੜੀ ਜਨਤਾ ਵਿਕਾਸ ਵਾਸਤੇ ਉੱਪਰ ਨੂੰ ਮੂੰਹ ਚੱਕੀ ਖੜੀ ਸੀ, ਉਹਨਾਂ ਦਾ ਹਾਲ ਬੰਬੀਹੇ ਵਰਗਾ ਹੋ ਗਿਆ, ਜਿਹੜਾ ਮੂੰਹ ਤਾਂ ਉੱਪਰ ਨੂੰ ਹੋਇਆ ਪਰ ਬਾਰਿਸ਼ ਹੋ ਨਹੀਂ ਰਹੀ। ਉਹਨਾਂ ਦਾ ਹਾਲ ਉਸ ਤਰੀਕੇ ਨਾਲ ਹੋ ਗਿਆ ਕਿ ਉਸ ਰਸੋਈ ਵਰਗਾ ਜਿੱਥੇ ਬੱਚੇ ਭੁੱਖੇ ਬੈਠੇ ਆ, ਮਾਂ ਅੰਦਰ ਰਸੋਈ 'ਚ ਖੜਕਾ ਬਹੁਤ ਕਰ ਰਹੀ ਆ, ਬੱਚੇ ਬਾਹਰ ਬੈਠੇ ਉਡੀਕ ਰਹੇ ਆ ਪਰ ਉਹਨੂੰ ਖਾਣਾ ਕੁਛ ਨਹੀਂ ਆ ਰਿਹਾ, ਭਾਂਡੇ ਪੂਰੇ ਖੜਕ ਰਹੇ ਅੰਦਰ। ਉਹ ਸਾਰੀ ਚੀਜ਼ ਦੇ ਵਿੱਚ ਹੌਲੀ ਹੌਲੀ ਤੁਸੀਂ ਅੰਦਾਜ਼ਾ ਲਾਓਗੇ, ਸਾਰੀਆਂ ਉਹ ਚੀਜ਼ਾਂ, ਸਬਕਾ ਸਾਥ ਸਬਕਾ ਵਿਕਾਸ ਕਿਹਾ ਗਿਆ। 100 ਦਿਨ 2014 ਦੇ ਵਿੱਚ ਦੇਸ਼ ਦਾ ਪ੍ਰਧਾਨ ਸੇਵਕ ਚੌਕੀਦਾਰ ਸਾਹਿਬ ਮੰਗਦੇ ਆ ਕਿ ਮੈਨੂੰ 100 ਦਿਨ ਦੇ ਦਿਓ, ਕਾਲਾ ਧਨ ਵਾਪਸ ਲਿਆਉਂ। ਹੁਣ 100 ਨੂੰ ਲਾ ਲਓ, ਕਿੰਨੇ 100 ਹੋ ਗਏ? ਜੇ ਹੁਣ ਗਿਣਤੀ ਕਰ ਲਗੋ, ਹਜ਼ਾਰਾਂ 'ਚ ਦਿਨ ਚਲੇ ਗਏ ਹੁਣ ਤਾਂ। ਹੁਣ ਇਸ ਹਿਸਾਬ ਨਾਲ ਤਾਂ, ਜਿਸ ਹਿਸਾਬ ਨਾਲ ਗਤੀ ਸਾਡੇ ਦੇਸ਼ ਦੀ, ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਕਿਹਾ ਕਿ ਦੇਸ਼ ਦੇ ਵਿੱਚ ਇਸ ਵੇਲੇ ਹਾਲਾਤ ਨਾ ਤਾਨਾਸ਼ਾਹੀ ਵੱਲ ਨੂੰ ਵੱਧਦੇ ਜਾ ਰਹੇ ਆ, ਜਿਹੜੇ ਲਗਾਤਾਰ ਦੇਖੋ ਧਰਮ ਦੇ ਨਾਂ ਤੇ ਇੱਕ ਦੂਸਰਿਆਂ ਤੇ ਹਮਲੇ ਕੀਤੇ ਜਾ ਰਹੇ ਆ, ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਇਹ ਗੱਲਾਂ ਕਹੀਆਂ ਗਿਆ ਸੀ ਕਿ ਚੋਣਾਂ ਤੋਂ ਪਹਿਲਾਂ ਕਿ ਸੰਘਵਾਦ, ਜਿਹਨੂੰ ਆਪਾਂ ਫੈਡਰਲ ਬੋਲਦੇ ਹਾਂ, ਫੈਡਰਲ ਸਟਰਕਚਰ ਮਜ਼ਬੂਤ ਕੀਤਾ ਜਾਊਗਾ। ਤੁਸੀਂ ਦੇਖੋ ਹੌਲੀ 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 ਇਸ ਦੇਸ਼ ਦਾ ਫੈਡਰਲ ਸਟਰਕਚਰ ਨੂੰ ਕਿੰਨਾ ਜ਼ਿਆਦਾ ਅਟੈਕ ਹੋ ਰਿਹਾ ਹੈ। ਜਿਹੜੇ ਰਾਜਾਂ ਦੇ ਅਧਿਕਾਰ ਸੀ ਉਹਨਾਂ ਤੋਂ ਲਗਾਤਾਰ ਖੋਏ ਜਾ ਰਹੇ ਆ। ਈਵਨ ਕਿ ਇਸ ਵੇਲੇ ਰਾਜ, ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਮੈਡੀਕਲ ਤੇ, ਪਹਿਲਾਂ ਫਿਰ ਵੱਖ-ਵੱਖ ਅਦਾਰਿਆਂ ਤੇ, ਸਿੱਖਿਆ ਤੇ, ਜਾਂ ਫਿਰ ਹੁਣ ਪੰਚਾਇਤਾਂ ਤੇ ਜਿਸ ਤਰੀਕੇ ਨਾਲ ਹੋ ਰਿਹਾ, ਮੈਨੂੰ ਲੱਗਦਾ ਕਿ ਜਿਹੜੇ ਸਟੇਟ ਨੇ ਇਹ ਤਾਂ ਮਿਊਨਿਸਪਲ ਕੌਂਸਲਾਂ ਬਣ ਕੇ ਰਹਿ ਜਾਣੀਆਂ ਨੇ ਜੀ। ਹੁਣ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਸ ਤਰੀਕੇ ਨਾਲ ਇਹ ਤਾਨਾਸ਼ਾਹੀ ਫੈਸਲੇ ਆ ਰਹੇ ਆ, ਜਿਸ ਤਰੀਕੇ ਨਾਲ ਕਿਸੇ ਸਟੇਟ ਨੂੰ ਪੁੱਛਿਆ ਨਹੀਂ ਜਾ ਰਿਹਾ, ਨੋਟਬੰਦੀ ਹੋਈ, ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਪਜਾਮੀ ਪਾ ਕੇ ਚੂੜੀਦਾਰ ਆ ਕੇ ਟੀਵੀ ਤੇ ਖੜ ਗਿਆ ਤੇ ਰਾਤ ਨੂੰ ਅਨਾਉਂਸ ਕਰ ਦਿੰਦਾ ਕਿ ਅੱਜ ਰਾਤ ਤੋਂ ਪੈਸੇ ਨਹੀਂ ਚੱਲਣੇ। ਉਹਦੇ ਤਾਂ ਜਹਾਜ਼, ਸਾਰਾ ਕੁਝ ਜੁਗਾੜ ਚੱਲਦਾ ਹੈ। ਬਾਕੀ ਲੋਕ ਗਰੀਬਾਂ ਦਾ ਕੀ ਬਣਿਆ? ਦੇਸ਼ ਦੀ ਇਕਨੋਮੀ ਡੁੱਬ ਕੇ ਰਹਿ ਗਈ। ਪਰ ਤੁਸੀਂ ਸਾਰੇ ਦਾ ਸਾਰਾ ਮੀਡੀਆ ਜਿਸ ਤਰੀਕੇ ਨਾਲ ਕਹਿੰਦੇ ਹੁੰਦੇ ਨੇ ਵੀ ਸਰਕਾਰ ਵੀ ਤੁਮਾਰੀ ਹੈ, ਸਰਦਾਰ ਵੀ ਤੁਮਾਰਾ ਹੈ, ਤੁਮ ਝੂਠ ਕੋ ਸੱਚ ਲਿਖ ਦੋ, ਅਖਬਾਰ ਵੀ ਤੁਮਾਰਾ ਹੈ। ਜਦ ਸਾਰੇ ਹੀ ਵਿਕ ਜੇ ਕੰਮ, ਸਾਰੇ ਨੂੰ ਤੁਸੀਂ ਕੰਟਰੋਲ ਕਰ ਲਓ, ਫਿਰ ਉੱਥੇ ਆਵਾਜ਼ ਚੱਕਣ ਵਾਲਾ ਕੋਈ ਨਹੀਂ ਰਹਿੰਦਾ ਅਰਸ਼ ਜੀ। ਸੋ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਲਾਕਡਾਊਨ ਆ ਜਿਹੜਾ ਹੋਇਆ, ਹੁਣ ਲਾਕਡਾਊਨ 'ਚ ਕਿਸੇ ਸਟੇਟ ਨੂੰ ਪੁੱਛਿਆ ਵੀ ਤੁਸੀਂ ਤੁਹਾਡੇ ਕੀ ਹਾਲਾਤ ਹੋਣਗੇ? ਹਾਂਜੀ ਆਏ, ਫਿਰ ਆਪਾਂ ਟੀਵੀ ਤੇ ਖੜ ਗਏ ਤੇ ਸਾਰੇ ਟੀਵੀ ਔਨ ਹੋ ਗਏ। ਇੱਕ ਜਿਵੇਂ ਫਿਲਮ ਦੇ ਸ਼ੂਟ ਹੋਣਾ ਹੁੰਦਾ ਵੀ ਹਾਂਜੀ ਚਲੋ ਜੀ ਓਕੇ ਕਰ ਦਿਓ ਕੰਮ ਸ਼ੁਰੂ, ਉਹਨਾਂ ਨੇ ਅਨਾਉਂਸ ਕਰਤਾ, ਲਾਕਡਾਊਨ ਹੋ ਗਿਆ। ਲਾਕਡਾਊਨ ਦੇ ਬਾਅਦ 'ਚੋਂ ਨਤੀਜੇ ਕੀ ਨਿਕਲੇ ਤੁਹਾਡੇ ਸਾਹਮਣੇ ਆ। ਸਗੋਂ ਦੁਨੀਆ ਦੇ ਤੀਜੇ ਥਾਂ ਤੇ ਅਸੀਂ ਜਾ ਕੇ ਪਹੁੰਚ ਗਏ। ਫਿਰ ਪੀਐਮ ਕੇਅਰ ਫੰਡ ਸ਼ੁਰੂ ਕੀਤਾ ਗਿਆ ਜੀ। ਪੀਐਮ ਕੇਅਰ ਫੰਡ 'ਚ ਕਿਸੇ ਨੂੰ ਨਹੀਂ ਪੁੱਛਿਆ ਵੀ ਇੱਕ ਜਦੋਂ ਪ੍ਰਾਈਮ ਮਿਨਿਸਟਰ ਰਾਹਤ ਕੋਸ਼ ਚੱਲ ਰਿਹਾ ਤਾਂ ਪੀਐਮ ਕੇਅਰ ਫੰਡ ਹੋ ਗਿਆ, ਉਹਦੀ ਤੁਸੀਂ ਕੋਈ ਉਹਦੀ ਆਰਟੀਆਈ 'ਚ ਇਨਫੋਰਮੇਸ਼ਨ ਨਹੀਂ ਲੈ ਸਕਦੇ, ਤੁਸੀਂ ਕੁਝ ਨਹੀਂ ਕਰ ਸਕਦੇ। ਸਾਰੀਆਂ ਦੇ ਸਾਰੀਆਂ ਚੀਜ਼ਾਂ, ਫਿਰ ਮੈਂ ਕਿੰਨੀਆਂ ਤੁਹਾਨੂੰ ਗੱਲਾਂ ਸੁਣਾਵਾਂ। ਸੀਬੀਆਈ ਜੀ, ਸੀਬੀਆਈ ਜਿਹੜੀ ਦੇਸ਼ ਦੀ ਸਭ ਤੋਂ ਸੁਰੱਖਿਅਤ ਏਜੰਸੀ ਮੰਨੀ ਜਾਂਦੀ ਸੀ, ਬੜਾ ਸਤਿਕਾਰ ਸੀ। ਜਿਸ ਤਰੀਕੇ ਨਾਲ ਸੀਬੀਆਈ ਦਾ ਦੁਰਉਪਯੋਗ ਇਸ ਵੇਲੇ ਦੇਸ਼ ਦੇ ਵਿੱਚ ਹੋ ਰਿਹਾ ਹੈ, ਬਾਕੀ ਸਰਕਾਰਾਂ ਕਰਦੀਆਂ ਰਹੀਆਂ ਨੇ, ਪਰ ਜਿਸ ਤਰੀਕੇ ਨਾਲ ਇਸ ਵੇਲੇ ਹੋ ਰਿਹਾ ਹੈ ਤੁਸੀਂ ਅੰਦਾਜ਼ਾ ਲਾ ਲਓ। ਜੁਡੀਸ਼ਰੀ ਦੇ ਵਿੱਚ ਵੀ ਉਹ ਲੋਕ ਜਿਹੜੇ ਨਾਗਪੁਰ ਤੋਂ ਬਲੈਸਡ ਨੇ, ਉਹਨਾਂ ਲੋਕਾਂ ਨੂੰ ਉੱਥੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਨੀਵਰਸਿਟੀਆਂ ਦੇ ਖੇਤਰ 'ਚ ਹੁਣ ਜਿਹੜੀ ਆਪਾਂ, ਤੁਸੀਂ ਮੇਰੇ ਨਾਲ ਗੱਲ ਕੀਤੀ ਹੈ, ਐਜੂਕੇਸ਼ਨ ਦੇ ਖੇਤਰ 'ਚ ਜਦੋਂ ਬੱਚਾ 9ਵੀਂ 10ਵੀਂ 'ਚ ਜਾਂਦਾ ਹੈ ਤਾਂ ਉਹ ਫਿਰ ਉਸ ਪੜਾਅ ਵੱਲ ਜ਼ਿੰਦਗੀ ਦੇ ਜਾਂਦਾ ਜਿੱਥੇ ਜਾ ਕੇ ਉਹਨੇ ਸਿੱਖਣਾ ਹੈ, ਕੱਲ੍ਹ ਨੂੰ ਵੋਟਿੰਗ ਕਰਨੀ ਹੈ, ਉਹਨੇ ਜਾਗਰੂਕ ਹੋਣਾ ਹੈ। ਆ ਤੁਸੀਂ ਜਿਹੜੀਆਂ 2-3 ਚੀਜ਼ਾਂ ਕੀਤੀਆਂ ਕਿ ਨੈਸ਼ਨਲਿਜ਼ਮ, ਨੋਟਬੰਦੀ, ਜਾਂ ਫਿਰ ਖਾਸ ਤੌਰ ਤੇ ਸਿਟੀਜ਼ਨਸ਼ਿਪ, ਨਾਗਰਿਕਤਾ ਕੀ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਨੂੰ ਇਹ ਦੇਸ਼ ਦੇ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਰਮ ਨਿਰਪੱਖਤਾ ਨੂੰ ਜਿਹੜੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀ ਇਹ ਸਿੱਧੀ ਹੈ, ਇਹ ਇਸ਼ਾਰੇ ਉਸ ਵੱਲ ਨੂੰ ਕਰ ਰਹੀ ਹੈ ਕਿ ਦੇਸ਼ 'ਚ ਤਾਨਾਸ਼ਾਹੀ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਬਹੁਤ ਸਾਰੇ ਲੋਕ ਨਾ ਇਕੱਠੇ ਹੋਏ ਜੀ ਤਾਂ ਫਿਰ ਆਉਂਦਾ ਸਮਾਂ ਫਿਰ ਬਹੁਤ ਭਿਆਨਕ ਮੁਲਕ ਦਾ ਹੋ ਸਕਦਾ ਹੈ। ਜਲਤੇ ਹੋਏ ਘਰ ਕੋ ਹੈ ਨਾ, ਜਿਹੜੇ ਦੇਖਦੇ ਰਹਿੰਦੇ ਆ ਦੂਸਰਿਆਂ ਦੇ, ਤਾਂ ਫਿਰ ਉਹਨਾਂ ਨੂੰ ਜਾ ਕੇ ਅਲਟੀਮੇਟਲੀ ਆਪਣੇ ਘਰ ਵੀ ਪਕਾਉਣੇ ਪੈਂਦੇ ਆ। ਉਹ ਕਹਿੰਦੇ ਹੁੰਦੇ ਨੇ ਵੀ
भी रुख हवाओं ने बदला तो खाक वो भी होंगे जिन्होंने आग कभी लगाई थी। ਸੋ ਇਸ ਕਰਕੇ ਲੋਕਾਂ ਨੂੰ ਕਿਤੇ ਨਾ ਕਿਤੇ ਜਾਗਰੂਕ ਹੋਣਾ ਪੈਣਾ ਹੈ। ਪਰ ਸਾਡੇ ਦੇਸ਼ ਦੇ ਵਿੱਚ ਚੀਜ਼ਾਂ ਹੋਰ ਹੀ ਬਹੁਤ ਡਿਵੈਲਪ ਕੀਤੀਆਂ ਹੋਈਆਂ ਨੇ। ਭਾਰਤ ਪਾਕਿਸਤਾਨ ਚਲੀ ਜਾਂਦਾ, ਹਿੰਦੂ ਮੁਸਲਿਮ ਚੱਲੀ ਜਾਂਦਾ। ਅਸਲ ਜਿਹੜੇ ਮੁੱਦਿਆਂ ਤੇ ਆ ਸੱਟ ਹੋ ਰਹੀ ਹੈ ਜਾਂ ਵੱਜ ਰਹੀ ਹੈ ਸਾਡੇ ਭਵਿੱਖ ਤੇ ਸਾਡੀ ਨੌਜਵਾਨੀ ਤੇ, ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਨਾ ਹੀ ਲੋਕ ਬੋਲ ਰਹੇ ਨੇ ਹੈਰਾਨੀ ਦੀ ਗੱਲ। ਜੀ ਬਿਲਕੁਲ, ਉਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾ ਰਿਹਾ ਜਿਨ੍ਹਾਂ ਦਾ ਕੋਈ ਬਾਅਦ ਚ ਜਾ ਕੇ ਰਿਜ਼ਲਟ ਨਹੀਂ ਨਿਕਲਣਾ। ਸਿਰਫ ਉਹਨਾਂ ਚੀਜ਼ਾਂ ਤੇ ਧਿਆਨ ਦਿੱਤਾ ਜਾ ਰਿਹਾ, ਬਸ ਭੜਕਾਇਆ ਜਾ ਰਿਹਾ, ਲੋਕਾਂ ਨੂੰ ਸਹੀ ਰਸਤੇ ਤੇ ਨਹੀਂ ਲਿਆਂਦਾ ਜਾ ਰਿਹਾ। ਲੋੜ ਹੈ, ਸੱਚੀ ਗੱਲ ਆ ਉਹੀ ਕਿ ਲੀਡਰਸ਼ਿਪ ਦੀ ਲੋੜ ਹੈਗੀ ਆ। ਉਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ ਜਿਹਦੇ ਨਾਲ ਦੇਸ਼ ਦਾ ਵਿਕਾਸ ਹੋ ਸਕਦਾ, ਲੋਕਾਂ ਦਾ ਵਿਕਾਸ ਹੋ ਸਕਦਾ, ਆਮ ਲੋਕਾਂ ਦਾ ਵਿਕਾਸ ਹੋ ਸਕਦਾ। ਬਹੁਤ ਵਧੀਆ ਹਰਪ੍ਰੀਤ ਜੀ, ਬਹੁਤ ਵਧੀਆ ਤੁਸੀਂ ਇਨਫੋਰਮੇਸ਼ਨ ਸਾਨੂੰ ਦਿੱਤੀ ਹੈਗੀ ਆ। ਪ੍ਰੋਗਰਾਮ ਦੇ ਵਿੱਚ ਬ੍ਰੇਕ ਲਾ ਲੈਂਦੇ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਜੀ ਬਿਲਕੁਲ, ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੁੱਕਿਆ। ਇੱਕ ਛੋਟੀ ਜਿਹੀ ਬ੍ਰੇਕ ਦਾ ਵਾਪਸ ਆਉਂਦੇ ਹਾਂ। ਦੇਖਦੇ ਰਹੋ ਸਾਂਝਾ ਟੀਵੀ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਾਂਝਾ ਟੀਵੀ ਤੇ ਪ੍ਰੋਗਰਾਮ ਚੱਲ ਰਿਹਾ ਹੈ ਸਟ੍ਰੇਟ ਟਾਕ ਸਿੱਧੀ ਗੱਲ, ਜਿਹਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਅੱਜ ਭਾਰਤ ਦੇ ਬਾਰੇ ਤੇ ਨਾਲ ਅਸੀਂ ਕੈਨੇਡਾ ਨੂੰ ਵੀ ਰਿਲੇਟ ਕਰ ਰਹੇ ਹੈਗੇ ਆ ਕਿ ਕੀ ਕੁਝ ਹੋ ਰਿਹਾ ਹੈਗਾ ਆ। ਹਰਪ੍ਰੀਤ ਜੀ, ਅਸੀਂ ਗੱਲ ਕੀਤੀ ਹੈ ਬ੍ਰੇਕ ਤੋਂ ਪਹਿਲਾਂ ਕਿ ਭਾਰਤ ਦੇ ਵਿੱਚ ਕੀ ਕੁਝ ਹੋ ਰਿਹਾ ਹੈਗਾ ਆ, ਤੇ ਨਾਲ ਹੁਣ ਅਸੀਂ ਭਾਰਤ ਦੀ ਹੀ ਜੇ ਗੱਲ ਕਰੀਏ ਤਾਂ ਅਸੀਂ ਨਾਲ ਰਿਲੇਟ ਵੀ ਕਰ ਰਹੇ ਹੈਗੇ ਕਿ ਕੈਨੇਡਾ ਦੇ ਵਿੱਚ ਕੀ ਹੋ ਰਿਹਾ। ਹੁਣ ਕੈਨੇਡਾ ਦੀ ਜੇ ਅੱਜ ਦੀ ਅਸੀਂ ਗੱਲ ਕਰੀਏ ਤਾਂ ਹੁਣ ਜਿਹੜੇ ਜਸਟਿਨ ਟਰੂਡੋ ਨੇ ਉਹ ਨਵੀਂ ਕੰਟਰੋਵਰਸੀ ਦੇ ਵਿੱਚ ਫਸ ਗਏ ਨੇ। ਉਹਨਾਂ ਦੀ ਇੱਕ ਚੈਰਿਟੀ ਹੈ ਵੀ ਚੈਰਿਟੀ, ਉਹ ਉਸ ਚੈਰਿਟੀ ਦੇ ਨਾਲ ਰਿਲੇਟ ਕਰਦੇ ਨੇ, ਉਹਨਾਂ ਦੀ ਫੈਮਿਲੀ ਉਸ ਚੈਰਿਟੀ ਦੇ ਨਾਲ ਰਿਲੇਟ ਕਰਦੀ ਹੈ, ਤੇ ਉਹਨਾਂ ਨੇ ਪਿੱਛੇ ਜੇ ਅਨਾਉਂਸ ਕੀਤਾ ਸੀ ਕਿ ਸਟੂਡੈਂਟਸ ਨੂੰ ਗ੍ਰਾਂਟ ਦਿੱਤੀਆਂ ਜਾਣਗੀਆਂ। $900 ਮਿਲੀਅਨ ਦਾ ਜਿਹੜਾ ਪ੍ਰੋਜੈਕਟ ਹੈਗਾ ਆ ਉਹ ਉਹਨਾਂ ਨੇ ਉਸ ਚੈਰਿਟੀ ਨੂੰ ਦਿੱਤਾ ਸੀ ਕਿ ਇਸ ਚੈਰਿਟੀ ਦੇ ਥਰੂ ਜਿਹੜੇ ਹੈਗੇ ਆ ਇਹ ਪੈਸੇ ਸਟੂਡੈਂਟਸ ਨੂੰ ਜਾਣਗੇ। ਹੁਣ ਜਦੋਂ ਇਹ ਗੱਲ ਸਾਹਮਣੇ ਆਈ, ਪ੍ਰਧਾਨ ਮੰਤਰੀ ਨੇ 1.5 ਵੀਕ ਪਹਿਲਾਂ ਇਹ ਅਨਾਉਂਸ ਕੀਤਾ, ਉਸ ਤੋਂ ਬਾਅਦ ਗੱਲ ਇਹ ਸਾਹਮਣੇ ਆਈ ਕਿ ਉਹਦੀ ਫੈਮਿਲੀ ਰਿਲੇਟ ਕਰਦੀ ਹੈ। ਇਹ ਫੈਮਿਲੀ ਜਦੋਂ ਵੀ ਉਹ ਕੋਈ ਫੰਕਸ਼ਨ ਕਰਾਉਂਦੀ ਹੈ, ਇਵੈਂਟ ਕਰਾਉਂਦੀ ਹੈ ਉਹ ਚੈਰਿਟੀ, ਤਾਂ ਜਸਟਿਨ ਟਰੂਡੋ ਦੀ ਮਮ, ਜਸਟਿਨ ਟਰੂਡੋ ਦੀ ਵਾਈਫ, ਜਸਟਿਨ ਟਰੂਡੋ ਦਾ ਭਰਾ ਉੱਥੇ ਜਾ ਕੇ ਸਪੀਚ ਦਿੰਦੇ ਨੇ, ਤੇ ਖੁਦ ਜਸਟਿਨ ਟਰੂਡੋ ਵੀ ਉੱਥੇ ਜਾ ਕੇ ਸਪੀਚ ਦਿੰਦੇ ਨੇ ਇਵੈਂਟਸ ਦੇ ਉੱਤੇ। ਫਿਰ ਉਦੋਂ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਜਸਟਿਨ ਟਰੂਡੋ ਨੇ ਇਹ ਕਹਿ ਕੇ ਕਿ ਉਹਨਾਂ ਤੋਂ ਇਹ ਸੰਭਾਲ ਨਹੀਂ ਹੋਣੇ ਪੈਸੇ ਤੇ ਅਸੀਂ ਇਹ ਹੁਣ ਪ੍ਰੋਜੈਕਟ ਉਹਨਾਂ ਨੂੰ ਨਹੀਂ ਦੇ ਰਹੇ। ਉਧਰੋਂ ਵਿਚਾਰੇ ਸਟੂਡੈਂਟ ਤਰਸ ਰਹੇ ਆ ਕਿ ਸਾਨੂੰ ਕਦੋਂ ਪੈਸੇ ਮਿਲਣੇ ਆ, ਕਦੋਂ ਸਾਨੂੰ ਸਾਡੀ ਜਿਹੜੀ ਮਨੀ ਹੈਗੀ ਅਕਾਊਂਟ ਦੇ ਵਿੱਚ ਆਉਣੀ ਆ। ਦੂਜੇ ਪਾਸੇ ਜਿਹੜੀ ਜਿਨ੍ਹਾਂ ਦੇ ਥਰੂ ਜਾਣੀ ਆ, ਹੁਣ ਇਹੀ ਨਹੀਂ ਡਿਸਾਈਡ ਹੋ ਰਿਹਾ ਕਿ ਕਿਹੜੀ ਚੈਰਿਟੀ ਹੈ ਜਿਹੜੀ ਉਹ ਹੁਣ ਕਿਹੜੀ ਆਰਗੇਨਾਈਜੇਸ਼ਨ ਹੈ ਜਿਹੜੇ ਇਹ ਪੈਸੇ ਡਿਲੀਵਰ ਕਰੂਗੀ ਸਟੂਡੈਂਟਸ ਨੂੰ। ਹੁਣ ਵੀ ਚੈਰਿਟੀ ਤੋਂ ਇਹ ਕਹਿ ਕੇ ਤਾਂ ਉਹਨਾਂ ਨੇ ਪੈਸੇ ਲੈ ਲਏ ਕਿ ਟਾਈਮਲਾਈਨ ਜਿਹੜੀ ਉਹਨਾਂ ਨੂੰ ਦਿੱਤੀ ਸੀ ਉਹਨਾਂ ਤੋਂ ਇਹ ਪ੍ਰੋਜੈਕਟ ਪੂਰਾ ਨਹੀਂ ਹੋਣਾ, ਅਸੀਂ ਤਾਂ ਇਹਨਾਂ ਤੋਂ ਜਿਹੜੇ ਪੈਸੇ ਲੈ ਲਏ ਆ। ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਉਣ ਲੱਗੀਆਂ ਉਹ ਇਹ ਆਉਣ ਲੱਗੀਆਂ ਕਿ ਜਸਟਿਨ ਟਰੂਡੋ ਤੋਂ ਇਲਾਵਾ ਉਹਨਾਂ ਦੀ ਮਾਂ ਮਾਰਗਰੇਟ ਟਰੂਡੋ, ਉਹਨਾਂ ਦਾ ਭਰਾ ਅਲੈਗਜ਼ੈਂਡਰ ਟਰੂਡੋ, ਉਹਨਾਂ ਦੀ ਪਤਨੀ ਸੋਫੀ ਟਰੂਡੋ ਜਦੋਂ ਵੀ ਉੱਥੇ ਇਵੈਂਟ ਤੇ ਜਾਂਦੇ ਸੀ ਪੈਸੇ ਲੈਂਦੇ ਸੀ। ਲਗਭਗ $3 ਲੱਖ ਜਿਹੜਾ ਉਹ ਚੈਰਿਟੀ ਇਸ ਪਰਿਵਾਰ ਨੂੰ ਦੇ ਚੁੱਕੀ ਹੈ ਇਵੈਂਟਸ ਦੇ ਉੱਤੇ ਸਿਰਫ ਬੋਲਣ ਦਾ। ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ, ਐਥਿਕ ਕਮਿਸ਼ਨਰ ਜਿਹੜਾ ਹੈ ਉਹ ਇਨਵੈਸਟੀਗੇਟ ਕਰ ਰਿਹਾ, ਤੇ ਨਾਲ ਹੁਣ ਅੱਜ ਕੰਜ਼ਰਵੇਟਿਵ ਸਰਕਾਰ ਨੇ ਕਿਹਾ ਕਿ ਅਪਰਾਧਿਕ ਜਾਂਚ ਕੀਤੀ ਜਾਵੇ ਕਿ ਇਹ ਕ੍ਰਿਮੀਨਲ ਹੈ, ਕ੍ਰਿਮੀਨਲ ਐਕਟ ਹੈਗਾ ਹੈ ਕਿ ਤੁਸੀਂ ਕਿਸੇ ਚੈਰਿਟੀ ਨੂੰ ਸਿਰਫ ਨਿੱਜੀ ਆਪਦੇ ਲਾਭ ਦੇ ਲਈ ਵਰਤ ਰਹੇ ਹੈਗੇ ਆ, ਸੋ ਤੁਸੀਂ ਇਹ ਕਰੋ। ਕਿਉਂਕਿ ਹੁਣ ਜੇ ਉਹ ਸਰਕਾਰ ਕੋਈ ਵਿਰੋਧੀ ਹੁੰਦੀ ਹੈ, ਕਿਉਂਕਿ ਹੁਣ ਮਿਨੋਰਿਟੀ 'ਚ ਚੱਲ ਰਹੇ ਹਾਂ ਅਸੀਂ, ਜਦੋਂ ਸਰਕਾਰ ਕੋਈ ਵਿਰੋਧੀ ਹੋਊਗੀ ਤਾਂ ਸਰਕਾਰ ਡਿੱਗਣ ਦਾ ਵੀ ਡਰ ਬਣਿਆ ਰਹਿੰਦਾ। ਪਰ ਉਹਨਾਂ ਨੇ ਅੱਜ ਇਹ ਵੀ ਕਲੀਅਰ ਕਰ ਦਿੱਤਾ ਹੈ ਕਿ ਸਰਕਾਰ ਨਹੀਂ ਅਸੀਂ ਡਿੱਗਾਂਗੇ, ਅਸੀਂ ਦੁਬਾਰਾ ਇਲੈਕਸ਼ਨ ਕਾਲ ਨਹੀਂ ਕਰ ਰਹੇ, ਪਰ ਇਨਕੁਆਇਰੀ ਹੋਣੀ ਚਾਹੀਦੀ ਹੈ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਤੇ ਇਹ ਵੀ ਉਹ ਵੀ ਜਿਹੜੀ ਹੈਗੀ ਕ੍ਰਿਮੀਨਲ ਐਕਟ ਦੇ ਅਧੀਨ ਹੋਣੀ ਚਾਹੀਦੀ ਹੈ। ਹੁਣ ਅਸੀਂ ਇਹਨੂੰ ਰਿਲੇਟ ਕਰ ਦਈਏ ਜੇ ਭਾਰਤ ਦੇ ਨਾਲ, ਤੇ ਭਾਰਤ ਦੇ ਵਿੱਚ ਵੀ ਕੇਂਦਰ ਸਰਕਾਰ ਇੱਕ ਟਰਸਟ ਨੂੰ ਲੈ ਕੇ ਜਿਹੜੀ ਹੈ ਜਾਂਚ ਕਰ ਰਹੀ ਹੈਗੀ ਆ। ਹੁਣ ਉਹ ਸਟੋਰੀ ਕੀ ਹੈ? ਜਿਵੇਂ ਤੁਸੀਂ ਕੈਨੇਡਾ ਦਾ ਬੜਾ ਡਿਟੇਲ ਦੇ ਵਿੱਚ ਅਰਸ਼ ਜੀ ਦੱਸਿਆ ਕਿ ਇੱਥੋਂ ਦੇ ਜਿਹੜੇ ਟਰਸਟ ਸੀ, ਖਾਸ ਤੌਰ ਤੇ ਜਿਹਦੇ ਵਿੱਚ ਪ੍ਰਧਾਨ ਮੰਤਰੀ ਦਾ ਪਰਿਵਾਰ ਇਨਵੋਲਵ ਆ, ਉਹਨਾਂ ਦੀ ਜਾਂਚ ਪੜਤਾਲ ਦੇ ਵਾਸਤੇ ਵਿਰੋਧੀ ਧਿਰਾਂ ਮੰਗ ਕਰ ਰਹੀਆਂ ਨੇ। ਭਾਰਤ ਦੇ ਵਿੱਚ ਜ਼ਿਆਦਾਤਰ ਜਿੰਨੀ ਵੀ ਸੱਤਾ ਰਹੀ ਹੈ ਤਾਂ ਇੱਕ ਵਿਅਕਤੀ ਤੇ ਕੇਂਦਰਿਤ ਰਹੀ ਹੈ, ਭਾਵੇਂ ਉਹ ਆਈਡੀਓਲੋਜੀ ਲੈ ਕੇ ਕੁਛ ਆਉਂਦੀਆਂ ਨੇ ਪਾਰਟੀਆਂ, ਪਰ ਉਹ ਸੱਤਾ ਜਿਹੜੀ ਕੇਂਦਰਿਤ ਇੱਕ ਵਿਅਕਤੀ ਦੇ ਆਲੇ ਦੁਆਲੇ ਰਹੀ ਹੈ। ਜਦੋਂ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ, ਜਵਾਹਰ ਲਾਲ ਨਹਿਰੂ ਤੋਂ ਜਾਂ ਫਿਰ ਲਗਾਤਾਰ ਜਿਹੜਾ ਵੀ ਕੋਈ ਸਟਰੋਂਗ ਇੰਦਰਾ ਗਾਂਧੀ ਹੋਈ, ਇੰਦਰਾ ਗਾਂਧੀ ਤੋਂ ਬਾਅਦ ਹੁਣ ਇਸ ਵੇਲੇ ਆਪਾਂ ਜੇਕਰ ਕੁੱਲ ਮਿਲਾ ਕੇ ਦੇਖ ਲੈਂਦੇ ਹਾਂ ਤਾਂ ਸਾਰੇ ਪਾਸੇ ਇੱਕੋ ਇੱਕ ਨਰਿੰਦਰ ਮੋਦੀ ਹੈ, ਬਾਕੀ ਦੂਜਾ ਤੀਜਾ ਚੌਥਾ ਪੰਜਵਾਂ ਮੰਤਰੀ ਉਹ ਆਪ ਹੀ ਨੇ ਸਾਰੇ। ਹੁਣ ਭਾਰਤ ਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਹੈ ਬੀਜੇਪੀ, ਉਹਨਾਂ ਨੇ ਜਿਹੜੇ ਪੁਰਾਣੇ ਸ਼ਾਸਕ ਰਹੇ ਆ ਗਾਂਧੀ ਪਰਿਵਾਰ, ਨਹਿਰੂ ਪਰਿਵਾਰ, ਉਹਨਾਂ ਦੇ 3 ਟਰਸਟ ਨੇ,
ਉਹਨਾਂ ਦੀ ਇਹਨਾਂ ਨੇ ਕਿਹਾ ਕਿ ਅਸੀਂ ਦੀ ਜਾਂਚ ਪੜਤਾਲ ਕਰਨੀ ਹੈ, ਇਹਨਾਂ ਦੇ ਵਿੱਚ ਬਹੁਤ ਘਪਲੇ ਦੀ ਸਾਨੂੰ ਸ਼ੰਕਾ ਹੈ, ਇਹਦੇ ਵਿੱਚ ਈਡੀ ਜਾਂ ਹੋਰ ਬਾਹਰੋਂ ਪੈਸੇ ਆਏ ਹੋ ਸਕਦੇ ਆ। ਜੀ ਸਭ ਤੋਂ ਪਹਿਲਾਂ ਇਹ ਟਰਸਟ ਬਣਿਆ ਸੀ ਜਦੋਂ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੋਈ 1984 ਦੇ ਵਿੱਚ। ਉਸ ਤੋਂ ਬਾਅਦ ਚੋਂ ਫਿਰ ਇੰਦਰਾ ਗਾਂਧੀ ਮੈਮੋਰੀਅਲ ਟਰਸਟ ਬਣਾਇਆ ਗਿਆ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ। ਉਸ ਦੇ ਵਿੱਚ ਫੰਡਸ ਵਗੈਰਾ ਆਉਂਦੇ ਰਹੇ, ਲਗਾਤਾਰ ਆਉਂਦੇ ਰਹੇ, ਪਰ ਬੀਜੇਪੀ ਦੀ ਸਰਕਾਰ ਵੀ 1997 ਤੋਂ 2004 ਤੱਕ ਚੱਲੀ, ਉਦੋਂ ਵੀ ਕਿਸੇ ਨੇ ਨਾ ਪੁੱਛਿਆ। ਫਿਰ 2014 ਤੋਂ ਲੈ ਕੇ 18-19 ਤੱਕ ਵੀ ਚੱਲੀ, ਉਦੋਂ ਤੱਕ ਵੀ ਕਿਸੇ ਨੇ ਪੁੱਛਿਆ। ਪਰ ਇਸ ਵੇਲੇ ਕਿਉਂਕਿ ਨਰਿੰਦਰ ਮੋਦੀ ਸੈਕਿੰਡ ਟਰਮ 'ਚ ਆ ਕੇ ਨੇ, ਮਜ਼ਬੂਤੀ ਦੇ ਨਾਲ ਆ ਕੇ ਨੇ, ਲੱਗਦਾ ਇਹ ਹੈ ਕਿ ਮੌਜੂਦਾ ਸਰਕਾਰ ਨੂੰ ਕਾਂਗਰਸ ਦੇ ਨਾਲ ਘੱਟ ਪ੍ਰੋਬਲਮ ਹੈ। ਰਾਹੁਲ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ, ਇੰਦਰਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਟੱਬਰ ਨਾਲ ਜ਼ਿਆਦਾ ਹੈ। ਇਸੇ ਕਰਕੇ ਉਹਨਾਂ ਨੂੰ ਟਾਰਗੇਟ ਕਰਨ ਦੀ ਕਥਿਤ ਰੂਪ ਦੇ ਵਿੱਚ ਉਹ ਕੋਸ਼ਿਸ਼ ਕਰ ਰਹੇ ਆ ਜੀ। ਇੰਦਰਾ ਗਾਂਧੀ ਦੇ ਟਰਸਟਾਂ ਦੀ ਉਹ ਗੱਲ ਕਰਦੇ ਆ। ਉਸ ਤੋਂ ਬਾਅਦ ਚੋਂ ਫਿਰ ਜਦੋਂ ਰਾਜੀਵ ਗਾਂਧੀ ਦਾ ਮਈ 1991 ਦੇ ਵਿੱਚ ਅਸੈਸੀਨੇਸ਼ਨ ਹੁੰਦੀ ਆ ਤਾਂ ਉਹਨਾਂ ਦੇ ਨਾਂ ਤੇ ਵੀ ਰਾਜੀਵ ਗਾਂਧੀ ਫਾਊਂਡੇਸ਼ਨ ਤੇ ਇੱਕ ਰਾਜੀਵ ਗਾਂਧੀ ਚੈਰੀਟੇਬਲ ਟਰਸਟ ਹੈ ਜਿਹੜੇ ਉਹ ਬਣੇ ਹੋਏ ਆ। ਉਹਨਾਂ ਦੇ ਵਿੱਚੋਂ ਜਿਹੜੇ ਵੱਖ-ਵੱਖ ਥਾਵਾਂ ਤੇ ਉਹਨਾਂ ਦੇ ਕੰਮ ਹੁੰਦੇ ਆ ਜਾਂ ਉਹਨਾਂ ਦੇ ਆਡਿਟ ਵੀ ਹੁੰਦੇ ਰਹੇ ਆ। ਇਹ ਹੋਣਾ ਚਾਹੀਦਾ। ਚਲੋ ਜੇ ਕਿਸੇ ਟਰਸਟ ਤੇ ਉਂਗਲ ਉੱਠਦੀ ਹੈ ਤਾਂ ਉਸ ਦੀ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ, ਪਤਾ ਲੱਗਣਾ ਚਾਹੀਦਾ ਕਿ ਟਰਾਂਸਪੇਰੈਂਟ ਹੈ, ਕਿ ਇਹਦੇ 'ਚ ਕੋਈ ਘਪਲਾ ਤਾਂ ਨਹੀਂ ਹੋਇਆ। ਪਰ ਨਾਲੇ ਸਵਾਲ ਖੜੇ ਹੁੰਦੇ ਆ ਕਿ ਜਿਹੜੀ ਬੀਜੇਪੀ ਆ ਉਹਨਾਂ ਨੂੰ ਇਸ ਟਰਸਟ ਤੇ ਤਾਂ ਬਹੁਤ ਜ਼ਿਆਦਾ ਚਿੰਤਾ ਵੀ ਇਹਦੇ 'ਚ ਘਪਲੇ ਨਾ ਹੋ ਗਏ ਹੋਣ, ਪਰ ਕਹਿੰਦੇ ਹੁੰਦੇ ਆ ਕਿ ਜਦੋਂ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਜ਼ਰੂਰ ਮਾਰ ਲੈਣਾ ਚਾਹੀਦਾ। ਹੁਣ ਜਦ ਤੁਸੀਂ ਉਹਨਾਂ ਵੱਲ ਇੱਕ ਉਂਗਲ ਕਰ ਰਹੇ ਹੋ, ਚਾਰ ਤੁਹਾਡੇ ਵੱਲ ਵੀ ਹੋ ਰਹੀਆਂ ਨੇ। ਤੁਹਾਡੀ ਸਵਾਮੀ ਵਿਵੇਕਾਨੰਦ ਫਾਊਂਡੇਸ਼ਨ ਕੀ ਹੈ? ਉਹਦੇ ਵਿੱਚ ਕੌਮਾਂਤਰੀ ਪੱਧਰ ਤੇ ਕਿੱਥੋਂ ਫੰਡ ਆ ਰਹੇ ਆ। ਇਹ ਫੰਡਾਂ ਦੇ ਵਿੱਚ ਕਿਹਦੇ ਕੋਲ ਜਾਂਦੇ ਆ, ਇਸ ਦੀ ਜਾਂਚ ਪੜਤਾਲ ਦੀ ਵੀ ਗੱਲ ਕਰਨੀ ਚਾਹੀਦੀ ਹੈ। RSS ਨੂੰ ਦੁਨੀਆ ਭਰ ਚੋਂ ਕਿੱਥੋਂ ਫੰਡ ਆ ਰਹੇ ਆ। ਉਹਨਾਂ ਦੀ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਉਹ ਕਿਹਨੂੰ ਪੈਸੇ ਦਿੰਦੀਆਂ ਨੇ? ਕਿਉਂਕਿ RSS ਦਾ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਉਹਦੇ ਨਾਲ ਸਾਡਾ ਮੋਹ ਮੁਹੱਬਤ ਹੈ, ਉਹਦੀ ਅਸੀਂ ਜਾਂਚ ਪੜਤਾਲ ਨਹੀਂ ਕਰਾਉਣੀ। ਲੇਟੈਸਟ ਗੱਲ, ਦੇਸ਼ ਦਾ ਪ੍ਰਧਾਨ ਮੰਤਰੀ ਜਿਵੇਂ ਇਹ ਟਰਸਟਾਂ ਦੀ ਗੱਲ ਕਰ ਰਿਹਾ ਕਿ ਉਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਇੱਕ PM ਕੇਅਰ ਫੰਡ ਹੀ ਖੜਾ ਕਰ ਦਿੱਤਾ ਜੀ, ਜਿਸ ਦੀ ਤੁਸੀਂ ਨਾ RTI ਲੈ ਸਕਦੇ ਹੋ, ਨਾ ਤੁਸੀਂ ਉਸ ਤੇ ਸਵਾਲ ਕਰ ਸਕਦੇ ਹੋ। ਇੱਕ ਪਾਸੇ ਤਾਂ ਆਪਾਂ ਜਾਂਚ ਪੜਤਾਲ ਦੀ ਗੱਲ ਕਰ ਰਹੇ ਹਾਂ, ਇੱਕ ਪਾਸੇ ਆਪਾਂ ਕਹਿਣਾ ਕਿ ਇਹ ਤਾਂ ਜੀ ਇਹ ਪਬਲਿਕਲੀ ਤੌਰ ਤੇ ਨਹੀਂ ਅਸੀਂ ਦੱਸ ਸਕਦੇ। ਸੋ ਇਹ ਸਾਰੀਆਂ ਚੀਜ਼ਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਮੌਜੂਦਾ ਸਰਕਾਰ ਦੀ ਜਿਹੜੀ ਮਨਸਾ ਹੈ ਉਹ ਕੁੱਲ ਮਿਲਾ ਕੇ ਜਿਹੜਾ ਨਹਿਰੂ ਪਰਿਵਾਰ ਹੈ, ਚਾਹੇ ਇੰਦਰਾ ਗਾਂਧੀ ਹੈ, ਚਾਹੇ ਰਾਜੀਵ ਗਾਂਧੀ ਹੈ, ਜਾਂ ਰਾਹੁਲ ਗਾਂਧੀ ਹੈ, ਜਾਂ ਸੋਨੀਆ ਗਾਂਧੀ ਹੈ, ਜਾਂ ਸੋਨੀਆ ਗਾਂਧੀ ਦੀ ਕੁੜੀ ਹੈ ਪ੍ਰਿਯੰਕਾ ਗਾਂਧੀ, ਜਾਂ ਫਿਰ ਉਹਦੇ ਘਰ ਵਾਲਾ ਹੈ ਵਾਡਰਾ, ਉਹ ਰਾਬਰਟ ਵਾਡਰਾ, ਉਹ ਸਾਰਿਆਂ ਨੂੰ ਹੀ ਕਿਤੇ ਨਾ ਕਿਤੇ ਤੰਗ ਪਰੇਸ਼ਾਨ ਕਰਨ ਵਾਸਤੇ ਇਹ ਇਹਨਾਂ ਦਾ ਸਟੈਪ ਦੇ ਤੌਰ ਤੇ ਇਹਨੂੰ ਦੇਖਿਆ ਜਾ ਰਿਹਾ ਹੈ। ਔਰ ਜਿਸ ਤਰੀਕੇ ਨਾਲ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਦੇਸ਼ ਦੇ ਵਿੱਚ ਇੱਕ ਵਿਅਕਤੀ ਤੇ ਕੇਂਦਰਿਤ ਕਰਕੇ, ਜਿਵੇਂ ਚਾਹੇ ਰਸ਼ੀਆ ਦੀ ਆਪਾਂ ਗੱਲ ਕਰ ਲਈਏ ਜਾਂ ਚਾਈਨਾ ਦੀ ਗੱਲ ਕਰ ਲਈਏ, ਜਿਸ ਤਰੀਕੇ ਨਾਲ ਉੱਥੇ ਉਹ ਚੋਣਾਂ ਨੂੰ ਹਟਾ ਕੇ ਇੱਕ ਇਸ ਤਰੀਕੇ ਨਾਲ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਲੰਬੇ ਸਮੇਂ ਵਾਸਤੇ ਇੱਕੋ ਵਿਅਕਤੀ ਰਹੇ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਗਾਂਧੀ ਪਰਿਵਾਰ ਹੈ ਰਾਜਨੀਤਿਕ ਤੌਰ ਤੇ ਸਟਰੋਂਗ ਹੈ। ਸੋ ਇਸ ਕਰਕੇ ਉਹਨਾਂ ਦੀ ਜੜ੍ਹਾਂ ਦੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂ, ਜਾਂਚ ਪੜਤਾਲ ਹੋਵੇ, ਪਰ ਹੋਵੇ ਸਭ ਦੀ, ਇਕੱਲੀ ਇਹ ਨਾ ਹੋਵੇ ਕਿ ਹਾਂਜੀ ਇੱਕ ਦੀ ਹੋਵੇ, ਸਾਰਿਆਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਫਿਰ ਬੰਦੇ ਨੂੰ ਲੱਗਦਾ ਕਿ ਉਹ ਜਸਟੀਫਿਕੇਸ਼ਨ ਹੋ ਰਹੀ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਇਦਾਂ ਹੋ ਰਿਹਾ ਹੈਗਾ, ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈਗੀ ਹੈ। ਨਾਲ ਹੁਣ ਸਾਡੀ ਗੱਲਬਾਤ ਦੀ ਜਸਟੀਫਿਕੇਸ਼ਨ ਤਾਂ ਹੋਊਗੀ ਜੇ ਅਸੀਂ ਭਾਰਤ ਦੇ ਨਾਲ ਪੰਜਾਬ ਦੀ ਗੱਲ ਵੀ ਕਰ ਲਈਏ ਕਿ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ, ਪੰਜਾਬ ਦੀ ਰਾਜਨੀਤੀ ਦੇ ਵਿੱਚ ਕੀ ਹੋ ਰਿਹਾ। ਕਿਉਂਕਿ ਜੇ ਭਾਰਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਾ ਬਹੁਤ ਚੀਜ਼ਾਂ ਨੇ ਜਿਹੜੀਆਂ ਲੁਕੀਆਂ ਰਹਿ ਜਾਂਦੀਆਂ ਨੇ, ਗੋਲ ਕੀਤੀਆਂ ਜਾਂਦੀਆਂ ਨੇ, ਤੇ ਹੁਣ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਹੋ ਰਹੀ ਹੈ ਜਾਂ ਪੰਜਾਬ ਦੇ ਵਿੱਚ ਜੋ ਨਵੀਂ ਜਿਹੜੀ ਅਸੀਂ ਹੈਡਲਾਈਨ ਦੀ ਗੱਲ ਕਰ ਲਈਏ ਕਿ ਕੀ ਹੈਡਲਾਈਨ ਬਣੀ ਹੋਈ ਹੈ ਚੀਜ਼, ਉਹ ਹੈ ਬਰਗਾੜੀ ਕਾਂਡ। ਉਹਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਹੈਗੀ ਹੈ, ਜਾਂਚ ਹੋ ਰਹੀ ਹੈਗੀ ਹੈ, ਪਰ ਹੁਣ ਜਿਹੜੀ CBI ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਜਾਂਚ ਨਹੀਂ ਹੋਣੀ ਚਾਹੀਦੀ ਕੇਸ ਦੀ। ਤੇ ਉਹ ਕੀ ਮਾਮਲਾ ਹੈ ਸਾਰਾ, ਕਿਸ ਤਰ੍ਹਾਂ ਦੇ ਨਾਲ ਇਹ ਮਾਮਲਾ ਜਿਹੜਾ ਨਵਾਂ ਮੋੜ ਲਿਆ ਗਿਆ? ਦੇਖੋ, ਗੱਲ ਇਹ ਹੈ ਕਿ 2015 ਦੇ ਵਿੱਚ ਅਸਲ 'ਚ ਇਹ ਜਿਹੜੀ ਘਟਨਾ ਹੈ, ਬਰਗਾੜੀ ਵਾਲੀ ਘਟਨਾ ਹੈ, ਬਾਈਬਲ ਕਰਾਂ ਵਾਲੀ ਘਟਨਾ ਹੈ, ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫੰਡਾ ਕਲੀਅਰ ਨਹੀਂ ਹੁੰਦਾ ਕਿਉਂਕਿ ਇਹ ਬਹੁਤ ਅਹਿਮ ਇੱਕ ਬੜੀ ਵੱਡੀ ਇਨਸੀਡੈਂਟ ਹੋਇਆ ਔਰ ਧਾਰਮਿਕ ਤੌਰ ਤੇ ਬੜੀ ਅਹਿਮੀਅਤ ਰੱਖਦਾ। ਇਸ ਕਰਕੇ ਇਹਦੀ ਹਿਸਟਰੀ ਇਹ ਆ ਕਿ ਇਹ ਬੁਰਜ ਜਵਾਹਰ ਸਿੰਘ ਵਾਲਾ, ਉੱਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ। ਬਿਲਕੁਲ, ਚੋਰੀ ਹੋਣ ਤੋਂ ਬਾਅਦ ਫਿਰ
ਜਿਹੜਾ ਬਰਗਾੜੀ ਹੈ ਉਸ ਦੇ ਵਿੱਚ ਜਾਂ ਇਹ ਪੋਸਟਰ ਲੱਗਦੇ ਆ ਕਿ ਅਸੀਂ ਇਸ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕਰਾਂਗੇ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇਕੱਲਾ ਗੁਰੂ ਗ੍ਰੰਥ ਨਹੀਂ ਮੰਨਦੇ, ਉਸ ਦੇ ਜਿਹੜੇ ਪੇਜ ਨੇ ਉਹਨਾਂ ਨੂੰ ਅੰਗਾਂ ਦੇ ਰੂਪ 'ਚ ਦੇਖਿਆ ਜਾਂਦਾ ਸਿੱਖ ਧਰਮ ਦੇ ਵਿੱਚ। ਉਸ ਦੀ ਬਾਣੀ ਤੋਂ ਸੇਧ ਲਈ ਜਾਂਦੀ ਆ, ਉਹਨਾਂ ਲਫ਼ਜ਼ਾਂ ਤੋਂ ਸੇਧ ਲਈ ਜਾਂਦੀ ਹੈ ਵੀ ਉਹਨਾਂ ਨੂੰ ਜਿਸ ਤਰੀਕੇ ਨਾਲ ਉੱਥੇ ਉਹਨਾਂ ਦੀ ਬੇਅਦਬੀ ਕਰਕੇ ਪੱਤਰਿਆਂ ਨੂੰ ਸਿੱਟਿਆ ਗਿਆ, ਰੂੜੀਆਂ 'ਚ ਨਾਲੀਆਂ 'ਚ ਸਿੱਟਿਆ ਗਿਆ, ਜੋ ਹਾਲਾਤ ਉਸ ਵੇਲੇ ਬਣੇ। ਫਿਰ ਉਸ ਤੋਂ ਬਾਅਦ 'ਚੋਂ ਬਾਈਬਲ ਕਲਾਂ ਤੇ ਕੋਟਕਪੂਰਾ ਦੋ ਥਾਂ ਤੇ ਪ੍ਰੋਟੈਸਟ ਕਰਦੇ ਹੋਏ ਪੁਲਿਸ ਦੇ ਨਾਲ, ਜਦੋਂ ਪੁਲਿਸ ਦੀ ਗੋਲੀ ਦੇ ਨਾਲ ਸਾਡੇ ਸਿੱਖ ਸਿੰਘ ਸ਼ਹੀਦ ਹੋਏ, ਕਈ ਜ਼ਖਮੀ ਹੋਏ। ਉਸ ਤੋਂ ਬਾਅਦ 'ਚੋਂ ਇਹ ਜਿਹੜੀ ਸਾਰੀ ਘਟਨਾਕ੍ਰਮ ਸੀ, ਇਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੱਤਾਧਾਰੀ ਧਿਰ ਸੀ ਉਸ ਦੇ ਵੱਲੋਂ ਪਹਿਲਾਂ ਸਿਰਸੇ ਵਾਲੇ ਨੂੰ ਮਾਫ ਕਰਨਾ ਜੀ, ਫਿਰ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਕੋਠੀ 'ਚ ਤਲਬ ਕਰਨਾ, ਫਿਰ ਉਸ ਸਿਰਸੇ ਵਾਲੇ ਦੇ ਸੰਬੰਧ ਵਿੱਚ ਕਰੋੜ ਰੁਪਏ ਦੇ ਕਰੀਬ ਦੀਆਂ ਐਡਾਂ ਚਲਾਉਣੀਆਂ ਕਿ ਸਾਡਾ ਬੰਦਾ, ਫਿਰ ਉਸ ਵੱਲੋਂ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਣਾ। ਇਹੀ ਸਾਰੀਆਂ ਚੀਜ਼ਾਂ ਘਟਨਾਵਾਂ ਸੀ ਜਿਹੜੀਆਂ ਅਕਾਲੀਆਂ ਦੇ ਖਾਸ ਤੌਰ ਤੇ ਬਾਦਲ ਪਰਿਵਾਰ ਦੀਆਂ ਜੜ੍ਹਾਂ 'ਚ ਬੈਠ ਗਈ। ਸਰਕਾਰ ਚਲੀ ਗਈ, 117 ਚੋਂ 14 ਸੀਟਾਂ ਰਹਿ ਗਈਆਂ ਜੀ। ਉਸ ਤੋਂ ਬਾਅਦ ਚੋਂ ਜਿਹੜੀ ਇਹ ਮੌਜੂਦਾ ਸਰਕਾਰ ਹੈ, ਇਹ ਸਰਕਾਰ ਨੇ ਅਰਸ਼ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਆ ਕੇ ਬਰਗਾੜੀ ਦੇ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਪੜਤਾਲ ਕਰਾਵਾਂਗੇ। ਹਾਲਾਂਕਿ ਪਹਿਲਾਂ ਸੀਬੀਆਈ ਨੇ ਜਾਂਚ ਕੀਤੀ ਸੀ, ਪਰ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਿੱਤੀ ਸੀ। ਫਿਰ ਇਹ ਸਰਕਾਰ ਨੇ ਵੀ ਇੱਕ ਵਾਰੀ ਇਹ ਕਹਿਤਾ ਸੀ ਕਿ ਆਪਾਂ ਸੀਬੀਆਈ ਨੂੰ ਜਾਂਚ ਦੇ ਦਈਏ, ਫਿਰ ਇਹਨਾਂ ਦੀ ਸਿੱਟ ਬਣਾਈ ਗਈ। ਇਹ ਰੋਚਕ ਗੱਲ ਹੁਣ ਇਸ ਗੱਲ ਦੇ ਵਿੱਚ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਿੱਟ ਪੰਜਾਬ ਵੱਲੋਂ ਬਣਾਈ ਗਈ ਹੈ ਬਰਗਾੜੀ ਦੇ ਮਾਮਲੇ 'ਚ, ਉਹਨਾਂ ਨੇ ਸਾਰਾ ਕੁਝ ਕੱਢ ਲਿਆ, ਸਾਰੇ ਬੰਦੇ ਗ੍ਰਿਫਤਾਰ ਹੋ ਗਏ ਆ। ਕੌਣ ਬੰਦੇ ਦੇ ਵਿੱਚ ਇਨਵੋਲਵ ਸੀ, ਕਿੱਥੋਂ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਲੈ ਕੇ ਆਏ, ਉਹਨਾਂ ਦਾ ਇੱਕ ਫਿਲਮਾਂਕਣ ਦੇ ਤੌਰ ਤੇ ਉਹਨਾਂ ਨੂੰ ਦੁਬਾਰਾ ਚੈੱਕ ਵੀ ਕੀਤਾ ਗਿਆ। ਸਾਰੀਆਂ ਗੱਲਾਂ ਸਾਹਮਣੇ ਆ ਗਈਆਂ। ਉਸ ਕੇਸ ਦੇ ਵਿੱਚ ਸਰਕਾਰ ਨੇ ਜਿਹੜਾ ਸਰਸੇ ਵਾਲਾ ਸਾਧ ਸਾਹਿਬ ਹੁਣ ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੈਠੇ ਆ ਜੀ, ਉਸ ਦੀ ਨਾਮ ਵੀ ਉਹਨੂੰ ਨਾਮਜ਼ਦ ਕੀਤਾ ਗਿਆ। ਪਰ ਇਹ ਸਾਰੀ ਘਟਨਾਕ੍ਰਮ ਦੇ ਵਿੱਚ ਇੱਕ ਗੱਲ ਸਪਸ਼ਟ ਨਜ਼ਰ ਆਉਂਦੀ ਹੈ ਕਿ ਕਿਸੇ ਵੀ, ਚਾਹੇ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ, ਲੋਕਾਂ ਨੂੰ ਦਿਖਾਵਾ ਚਾਹੇ ਕੁਛ ਮਰਜ਼ੀ ਕਰਦੇ ਰਹਿਣ ਕਿ ਅਸੀਂ ਤੁਹਾਡੇ ਹੱਕ 'ਚ ਹਾਂ, ਅਸੀਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹਾਂ, ਅਸੀਂ ਸਿੱਖਾਂ ਦੇ ਬਹੁਤ ਨੇੜੇ ਹਾਂ, ਪਰ ਇਹ ਸਾਡੀਆਂ ਭਾਵਨਾਵਾਂ ਨੂੰ ਬਲੁੰਦਰ ਕੇ ਇਹ ਆਪਣੀ ਰਾਜਨੀਤੀ ਦੇ ਚੱਕਰ ਦੇ ਵਿੱਚ ਇਹ ਸਾਰੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ। ਹੁਣ ਗੱਲ ਇਹ ਚੱਲ ਰਹੀ ਆ ਕਿ ਇਸ ਵੇਲੇ ਜਿਹੜਾ ਆ ਕੇ ਸੀਬੀਆਈ ਵੱਲੋਂ ਦੁਬਾਰਾ ਫੇਰ ਆ ਕੇ ਉਸ ਦੇ ਵਿੱਚ ਇੰਟਰਫੇਰੈਂਸ ਕਰਨੀ, ਉਸ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨੀ ਹੈ, ਸੀਬੀਆਈ ਨਹੀਂ ਕਰ ਰਹੀ। ਸੀਬੀਆਈ ਤਾਂ ਸਾਡੇ ਦੇਸ਼ ਦੀ ਇੱਕ ਇਸ ਤਰ੍ਹਾਂ ਦੀ ਏਜੰਸੀ ਹੈ, ਜੇਕਰ ਚਾਹੇ ਤਾਂ ਬਾਲ ਕਾ ਖਾਲ ਨਹੀਂ ਕਹਿੰਦੇ ਹੁੰਦੇ ਹਿੰਦੀ ਦਾ, ਉਹ ਵੀ ਅਧੇੜ ਲੈਂਦੀ ਹੈ। ਉਹ ਤੇ ਇੰਨਾ ਵਿਸ਼ਵਾਸ ਕੀਤਾ ਜਾਂਦਾ ਸੀ। ਇਹ ਗੱਲ ਵੱਖਰੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੀਬੀਆਈ ਇੱਕ ਤੋਤੇ ਦਾ ਜਿਹੜਾ ਪਿੰਜਰੇ ਵਾਲਾ ਤੋਤਾ ਬਣ ਕੇ ਰਹਿ ਗਈ ਹੈ। ਉਹ ਆਪਣੇ ਮਾਲਕ ਦੀ ਭਾਸ਼ਾ ਬੋਲਦੀ ਹੈ। ਇਹ ਜੋ ਮਾਸਟਰ ਬॉयਸ ਉਹਦੇ ਵਾਸਤੇ ਜ਼ਿਆਦਾ ਇੰਪੋਰਟੈਂਟ ਹੋ ਗਈ ਆ। ਉਹਨਾਂ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਇਸ ਵੇਲੇ ਕੇਂਦਰ ਦੇ ਵਿੱਚ ਜਿਹੜੀ ਬੀਜੇਪੀ ਬੈਠੀ ਹੈ ਉਹ ਆਪਣੀ ਤਿਗੜਮਬਾਜ਼ੀ ਲਾ ਰਹੀ ਹੈ। ਇਸੇ ਕਰਕੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬਾਦਲ ਪਰਿਵਾਰ ਹੈ ਉਸ ਤੇ ਇਸ ਗੱਲ ਦਾ ਸੇਕ ਲੱਗ ਸਕਦਾ। ਉਹ ਬਾਦਲ ਸਰਕਾਰ ਦੀ ਸਕਿਨ ਵੀ ਬਚਾਉਣਾ ਚਾਹੁੰਦੀ ਹੈ, ਪਰ ਇਹਨਾਂ ਤੋਂ 114 ਚ ਜਿਹੜੀਆਂ 23 ਇਹਨਾਂ 117 ਚ 23 ਸੀਟਾਂ ਤੇ ਲੜਦੇ ਆ, 60 ਸੀਟਾਂ ਵੀ ਲੈਣੀ ਚਾਹੁੰਦਾ। ਔਰ ਦੂਜੇ ਪਾਸੇ ਸਰਸੇ ਵਾਲੇ ਦਾ ਜਿਹੜਾ ਨਾਂ ਆ ਗਿਆ ਉਹ ਸੀਬੀਆਈ ਨੂੰ ਹੁਕਮ ਕਰਕੇ ਸਰਸੇ ਵਾਲੇ ਨੂੰ ਵੀ ਬਚਾਉਣਾ ਚਾਹੁੰਦੀ ਹੈ। ਉਹ ਕਥਿਤ ਰੂਪ ਵਿੱਚ ਸਾਰੀਆਂ ਦੇ ਸਾਰੀਆਂ ਘਟਨਾਵਾਂ ਆਪਸ ਵਿੱਚ ਕੋਰਿਲੇਟ ਕਰਦੀਆਂ ਨੇ। ਸੋ ਇਸੇ ਕਰਕੇ ਹੁਣ ਉਹ ਸੀਬੀਆਈ ਜਾ ਕੇ ਕੋਰਟ ਦੇ ਵਿੱਚ ਕਹਿੰਦੀ ਹੈ ਕਿ ਨਾ ਜੀ ਇਹ ਤਾਂ ਜਦੋਂ ਅਸੀਂ ਰਿਪੋਰਟ ਖਾਲੀ ਹੋ ਜਦ ਦਿੱਤੀ ਸੀ ਸਾਨੂੰ ਲੱਭਿਆ ਕੁਛ ਨਹੀਂ ਸੀ ਜੀ, ਇਹ ਉਹਨਾਂ ਨੂੰ ਇਸ ਨੂੰ ਕਲੋਜ਼ਰ ਰਿਪੋਰਟ ਦਿੱਤੀ ਜਾਵੇ। ਦੂਜੇ ਪਾਸੇ ਜਿਹੜੇ ਸਰਸੇ ਵਾਲੇ ਸਾਧ ਦੇ ਚੇਲੇ ਨੇ ਉਹ ਇਸ ਵੇਲੇ ਬੜੇ ਖੁਸ਼ ਨੇ ਕਿ ਸੀਬੀਆਈ ਨੇ ਤਾਂ ਜੀ ਦੇਖੋ ਸੀਬੀਆਈ ਬੜਾ ਸੱਚਾ ਸੁੱਚਾ ਕੰਮ ਕਰ ਰਹੀ ਹੈ ਜੀ, ਪਰ ਉਹ ਇਹ ਗੱਲ ਨੂੰ ਭੁੱਲ ਜਾਂਦੇ ਆ। ਅੱਜ ਤਾਂ ਤੁਸੀਂ ਸੀਬੀਆਈ ਨੂੰ ਕਹਿ ਰਹੇ ਹੋ ਕਿ ਬੜਾ ਸੱਚਾ ਸੁੱਚਾ ਕੰਮ ਕਰ ਰਹੀ ਹੈ, ਜਦੋਂ ਸੀਬੀਆਈ ਨੇ ਸਾਧ ਨੂੰ ਬਲਾਤਕਾਰ ਦੇ ਕੇਸ ਤੇ ਮਾਮਲੇ ਜਾਂਚ ਕੀਤੀ ਸੀ ਤੁਸੀਂ ਮੰਨਦੇ ਹੋ ਕਿ ਸੀਬੀਆਈ ਨੇ ਉਦੋਂ ਵੀ ਠੀਕ ਕੀਤਾ ਸੀ? ਜਦੋਂ ਇੱਕ ਕੁੜੀ ਦੇ ਭਰਾ ਦਾ ਕਤਲ ਹੋ ਜਾਂਦਾ ਹੈ ਉਹ ਵੀ ਸੀਬੀਆਈ ਨੇ ਜਾਂਚ ਕੀਤੀ ਸੀ, ਜਾਂ ਤਾਂ ਇਹ ਵੀ ਮੰਨ ਲੈਣ ਕਿ ਹਾਂਜੀ ਉਹ ਵੀ ਬੜਾ ਸੀਬੀਆਈ ਨੇ ਬੜਾ ਸੂਤ ਕੀਤਾ ਸੀ ਕੰਮ। ਸੋ ਇਸ ਕਰਕੇ ਇਹਨਾਂ ਦੇ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਨੇ। ਇਹ ਸਾਰੀ ਘਟਨਾਕ੍ਰਮ ਦੇ ਵਿੱਚ ਸਾਰੇ ਦਾ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਉਸ ਬਰਗਾੜੀ ਦੇ ਮਾਮਲੇ 'ਚ ਸਿੱਖ ਧਰਮ ਦੀ ਭਾਵਨਾਵਾਂ ਨੂੰ ਸਮਝਣ ਦੀ ਬਜਾਏ ਆਪੋ ਆਪਣੀਆਂ ਗੋਟੀਆਂ, ਚਾਹੇ ਉਹ ਸਿੱਖ ਧਰਮ ਦੇ ਰੂਪ 'ਚ ਬੈਠੇ ਨੇਤਾ ਨੇ ਜੀ ਜਾਂ ਫਿਰ ਬਾਹਰ ਦਿੱਲੀ ਦੱਖਣ ਦੇ ਵਿੱਚ ਬੈਠੇ ਨੇਤਾ ਨੇ, ਉਹ ਸਿਰਫ ਤੇ ਸਿਰਫ ਆਪਣੀ ਰਾਜਨੀਤਿਕ ਤੌਰ ਤੇ ਖੇਡਾਂ ਖੇਡ ਰਹੇ ਨੇ। ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਉਹਨਾਂ ਦੀ ਸੰਤਾਪਨਾ ਨਹੀਂ ਹੈ,
ਕਿਸੇ ਦੀ ਸਿੱਖ ਧਰਮ ਨਾਲ ਕੋਈ ਸੰਤਾਪਨਾ ਨਹੀਂ ਹੈ। ਇਹ ਆਪੋ ਆਪਣੇ ਤਰੀਕੇ ਨਾਲ ਸਿਆਸਤ ਖੇਡੀ ਜਾ ਰਹੀ ਹੈ। ਪਾਵਰ 'ਚ ਬੈਠੇ ਲੋਕ ਹੈ ਜਿਹੜੇ ਉਹ ਆਪਣੇ ਹੱਕ ਵਿੱਚ ਕੋਈ ਵੀ ਚੀਜ਼ ਲਿਆਉਣ ਦੇ ਲਈ ਕੁਝ ਵੀ ਕਰ ਸਕਦੇ ਆ। ਇੱਥੋਂ ਇਹੀ ਚੀਜ਼ਾਂ ਜਿਹੜੀਆਂ ਨੇ ਸਪਸ਼ਟ ਹੁੰਦੀਆਂ ਨੇ। ਪੰਜਾਬ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈਗਾ। ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਹੈ ਉਹ ਮੁੱਦਾ ਜਿਹੜਾ ਹੈ ਉਹ ਥੋੜੇ ਟਾਈਮ ਬਾਅਦ ਸਾਹਮਣੇ ਖੁੱਲ੍ਹ ਕੇ ਆਉਂਦਾ। ਫਿਰ ਕਿਹਾ ਜਾਂਦਾ ਕਿ ਪੰਜਾਬ 'ਚ ਇੰਨਾ ਨਸ਼ਾ ਨਹੀਂ ਹੈਗਾ, ਫਿਰ ਕਿਸੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਉਹ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਉਹ ਇਹ ਨਹੀਂ ਕਿ ਨਸ਼ਾ ਇਕੱਲਾ ਪੰਜਾਬ ਦੇ ਵਿੱਚ ਵੀ ਹੈ। ਅਸੀਂ ਜੇ ਹੁਣ ਇੱਥੇ ਗੱਲ ਕਰੀਏ ਕੈਨੇਡਾ ਦੇ ਵਿੱਚ, ਇੱਥੇ ਵੀ ਨਸ਼ਾ ਬਹੁਤ ਹੈ। ਇੱਥੇ ਹੁਣ ਡਰੱਗਸ ਦੇ ਨਾਲ ਜਿਹੜੀਆਂ ਮੌਤਾਂ ਹੋਈਆਂ ਨੇ, ਕੱਲੀ BC ਦੇ ਵਿੱਚ 176 ਮੌਤਾਂ ਹੋਈਆਂ ਨੇ 1 ਮਹੀਨੇ ਦੇ ਵਿੱਚ ਓਵਰਡੋਜ਼ ਦੇ ਨਾਲ। ਜੀ ਕੈਨੇਡਾ ਦੇ ਵਿੱਚ ਵੀ ਇਹ ਹੁਣ ਹਾਈ ਰਿਸਕ ਤੇ ਚਲਾ ਗਿਆ ਓਵਰਡੋਜ਼ ਦਾ ਕੰਮ, ਕਿ ਇੱਥੇ 1 ਮਹੀਨੇ ਦੇ ਵਿੱਚ ਜਿਹੜੀਆਂ ਰਿਪੋਰਟ ਦਰਜ ਕੀਤੀਆਂ ਗਈਆਂ ਜਿਹੜੀਆਂ ਮੌਤਾਂ ਨੇ ਉਹ 10 ਗੁਣਾ ਜ਼ਿਆਦਾ ਨੇ। ਇਹ ਮਤਲਬ ਇਸ ਤੋਂ ਜ਼ਿਆਦਾ ਵੀ ਹੋ ਸਕਦੀਆਂ ਨੇ। ਹੁਣ ਜਿਹੜੇ ਪੁਲਿਸ ਚੀਫ ਹੈ ਸਾਰੇ ਪ੍ਰੋਵਿੰਸਸ ਦੇ ਸਾਡੇ BC ਦੇ ਵਿੱਚ, ਉਹਨਾਂ ਨੇ ਇੱਕ ਲੈਟਰ ਪਾਈ ਹੈਗੀ ਹੈ ਫੈਡਰਲ ਗਵਰਨਮੈਂਟ ਨੂੰ, ਜਿਨ੍ਹਾਂ ਨੇ ਕਿਹਾ, ਜਿਵੇਂ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਅਪਰਾਧੀ ਨੂੰ ਨਾ ਮਾਰੋ, ਅਪਰਾਧੀ ਦੀ ਮਾਂ ਨੂੰ ਮਾਰੋ। ਉਹਨਾਂ ਨੇ ਕਿਹਾ ਕਿ ਅਪਰਾਧੀਆਂ ਨੂੰ ਨਾ ਮਾਰੋ, ਜਿਹੜੇ ਡਰੱਗ ਲੈ ਰਹੇ ਨੇ ਉਹਨਾਂ ਨੂੰ ਨਾ ਫੜੋ, ਉਹਨਾਂ ਨੂੰ ਫੜੋ ਜਿਹੜੇ ਡਰੱਗ ਸਪਲਾਈ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਮਾੜੇ ਮੋਟੇ ਵੀ ਡਰੱਗ ਖਾਂਦੇ ਆ, ਅਸੀਂ ਉਹਨਾਂ ਦੇ ਲਈ ਕੇਸ ਲੜਦੇ, ਸਾਡਾ ਟਾਈਮ ਉੱਥੇ ਹੀ ਵੇਸਟ ਹੋਈ ਜਾਂਦਾ, ਸਾਡਾ ਹੋਰ ਕਿਤੇ ਧਿਆਨ ਹੀ ਨਹੀਂ ਜਾਂਦਾ। ਪਰ ਹੁਣ ਉਹਨਾਂ ਦੇ ਵਿੱਚੋਂ ਸਾਡੇ ਇੱਕ ਵੈਨਕੂਵਰ ਪੁਲਿਸ ਚੀਫ ਵੀ ਹੈਗੇ ਨੇ, ਐਡਮ ਪਾਮਰ। ਉਹਨਾਂ ਨੇ ਜਿਹੜੀ ਹੈ ਇਹ ਗੱਲ ਕਹੀ ਹੈ, ਤੇ ਸਾਡੇ ਪ੍ਰੀਮੀਅਰ ਆ ਜੌਨ ਹੋਰਗਨ, ਉਹਨਾਂ ਨੇ ਸਾਥ ਦਿੱਤਾ ਕਿ ਹਾਂ ਅਸੀਂ ਨਾਲ ਹੈ, ਡੀਕ੍ਰਿਮੀਨਲਾਈਜੇਸ਼ਨ ਜਿਹੜੀ ਆ ਹੋਣੀ ਚਾਹੀਦੀ ਹੈਗੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਣੀਆਂ ਚਾਹੀਦੀਆਂ ਨੇ। ਤੇ ਫਿਰ ਉਹਨਾਂ ਨੇ ਇਹ ਚੀਜ਼ਾਂ ਕਰਨ ਦੇ ਲਈ ਹੁਣ ਕਿਹਾ ਕਿ ਇੱਕ ਪਾਰਟੀ, ਇੱਕ ਕਮੇਟੀ ਬਣਾਉਣੀ ਚਾਹੀਦੀ ਹੈ, ਤੇ ਜਿਹੜੀ ਇਹ ਚੀਜ਼ਾਂ ਵੱਲ ਧਿਆਨ ਦੇਵੇ ਤੇ ਡਰੱਗ ਜਿਹੜੇ ਡਿਲੀਵਰ ਕਰਦੇ ਨੇ ਉਹਨਾਂ ਨੂੰ ਫੜਿਆ ਜਾਵੇ। ਹੁਣ ਪੰਜਾਬ ਦੇ ਵਿੱਚ ਵੀ ਕਹਿੰਦੇ ਨਸ਼ਿਆਂ ਦੇ ਬਾਰੇ ਗੱਲਬਾਤ ਜਿਹੜੀ ਵੱਧ ਰਹੀ ਹੈਗੀ ਆ। ਹੁਣ ਉਹ ਕੇਸ ਜਿਹੜੇ ਉਹ ਸਾਹਮਣੇ ਆ ਰਹੇ ਨੇ, ਕੀ ਇਹ ਮਾਮਲਾ? ਅਸਲ 'ਚ ਸਾਰੀ ਦੀ ਸਾਰੀ ਅਰਸ਼ ਜਿੱਥੇ ਸਮਾਜਿਕ ਤੌਰ ਤੇ ਸਾਨੂੰ ਇੱਕ ਬੜਾ ਭਿਆਨਕ ਕੀੜਾ ਲੱਗਿਆ, ਔਰ ਸਾਡਾ ਸਮਾਜਿਕ ਤੌਰ ਤੇ ਸਾਨੂੰ ਬਹੁਤ ਸਾਰਾ ਨੌਜਵਾਨ ਵਰਗ ਜਿਹਨੇ ਦੇਸ਼ ਨੂੰ ਸਾਂਭਣਾ ਸੀ ਉਹ ਅੰਨਾ ਹੋ ਕੇ ਬੈਠਾ। ਉੱਥੇ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ, ਰਾਜਨੀਤਿਕ ਪਾਰਟੀਆਂ ਵੱਲੋਂ ਵੀ ਇਹ ਦੇਖਿਆ ਜਾਂਦਾ ਕਿ ਕਿੱਥੇ ਸਾਨੂੰ ਨਸ਼ਾ ਨਜ਼ਰ ਆਉਂਦਾ, ਕਿੱਥੇ ਅਸੀਂ ਅੱਖਾਂ ਦੇ ਪੱਟੀ ਬੰਨ ਲੈਂਦੇ ਹਾਂ, ਕਿੱਥੇ ਅਸੀਂ ਤ੍ਰਿਸ਼ਤਰ ਦਾ ਰੂਪ ਧਾਰਨ ਕਰ ਲੈਂਦੇ ਹਾਂ। ਇਹ ਉਹ ਸਾਰੀ ਘਟਨਾ ਇਸ ਵੇਲੇ ਪੰਜਾਬ ਦੇ ਵਿੱਚ BJP ਦਾ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਰਿਹਾ ਵਿਜੇ ਸੰਪਲਾ ਨੇ ਬਿਆਨ ਦਿੱਤਾ। ਉਹ ਕਹਿੰਦਾ ਜੀ ਪੰਜਾਬ ਦੇ ਵਿੱਚ 80 ਤੋਂ 82% ਨੌਜਵਾਨ ਵਰਗ ਨਸ਼ਈ ਹੋ ਚੁੱਕਿਆ ਤੇ ਪਿਛਲੇ 3 ਸਾਲਾਂ ਦੇ ਵਿੱਚ ਬਹੁਤ ਸਾਰਾ ਨਸ਼ਾ ਪੰਜਾਬ ਦੇ ਵਿੱਚ ਵੱਧ ਗਿਆ। ਮੈਂ ਵਿਜੇ ਸੰਪਲਾ ਦੀ ਇਸ ਗੱਲ ਦੇ ਨਾਲ ਸਹਿਮਤ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ। ਉਹ ਕਹਿ ਰਹੇ ਆ ਕਿ ਪੰਜਾਬ ਦੀ ਦਸ਼ਾ ਸੁਧਾਰਨ ਵਾਸਤੇ ਨਸ਼ੇ ਦੀ ਹੁਣ BJP ਬਹੁਤ ਕੰਮ ਕਰਨ ਨੂੰ ਤਿਆਰ ਹੋ ਰਹੀ ਹੈ, ਅਸੀਂ ਫੰਡ ਵੀ ਜਾਰੀ ਕਰ ਦਿੰਦੇ ਹਾਂ। ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦਾ। ਜਦੋਂ ਪਿਛਲੇ ਸਮਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇੱਥੇ ਸਰਕਾਰ ਸੀ, 2014 ਦੇ ਵਿੱਚ ਦਿੱਲੀ ਦੀਆਂ ਚੋਣਾਂ ਸੀ। ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਭਾਰਤ ਦੇ ਵਿੱਚ BJP ਪਾਵਰ ਦੇ ਵਿੱਚ ਆ ਗਈ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਣਾ ਦਿੱਤਾ ਸੀ। ਉਸ ਨਰਿੰਦਰ ਮੋਦੀ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ, ਪ੍ਰਧਾਨ ਮੰਤਰੀ ਬਣਾਉਣ ਤੋਂ ਬਾਅਦ ਜਿਸ ਤਰੀਕੇ ਨਾਲ BJP ਦੇ ਨੇਤਾਵਾਂ ਨੇ ਬਹੁਤ ਸਾਰੀਆਂ ਟਾਂਗਰਾਂ ਤੇ ਚਾਂਗਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਪੰਜਾਬ ਦੇ ਵਿੱਚ ਹੁਣ ਸਾਡੀ ਸੱਤਾ ਆਉਂਦੇ ਸਮੇਂ 'ਚ ਅਸੀਂ ਅਕਾਲੀਆਂ ਤੋਂ ਲੈਣਾ ਕੁਛ ਨਹੀਂ। ਔਰ ਪੰਜਾਬ ਦੇ ਵਿੱਚ ਉਸ ਵੇਲੇ ਜਿਹੜਾ ਅਮਿਤ ਸ਼ਾਹ BJP ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਸੀ, ਉਹਨੇ ਵੀ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਔਰ ਪਾਕਿਸਤਾਨ ਦੇ ਬਾਰਡਰ ਤੇ ਜਾ ਕੇ ਅੰਮ੍ਰਿਤਸਰ ਦੇ ਲਾਗੇ ਮੈਂ ਇੱਕ ਰੈਲੀ ਕਰਨੀ ਹੈ, ਜਿਹੜੀ ਪੰਜਾਬ ਦੇ ਵਿੱਚ 70% ਨੌਜਵਾਨ ਵਰਗ ਨਸ਼ਈ ਹੋ ਚੁੱਕਿਆ, ਉਸ ਦੇ ਖਿਲਾਫ ਅਸੀਂ ਆਵਾਜ਼ ਚੱਕਣੀ ਹੈ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਬੜੀ ਤਕਲੀਫ ਲੱਗੀ ਸੀ ਕਿ ਉਹਨਾਂ ਦੀ ਭਾਈਵਾਲ ਪਾਰਟੀ ਉਹਨਾਂ ਨੂੰ ਨੁਕਰੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। 2014 ਦੀਆਂ ਚੋਣਾਂ ਆ ਗਈਆਂ ਦਿੱਲੀ ਦੀਆਂ, ਅਕਾਲੀ ਦਲ ਨੇ ਐਲਾਨ ਕਰ ਦਿੱਤਾ ਸੀ ਕਿ 36 ਸੀਟਾਂ ਤੇ ਅਸੀਂ ਵੀ ਚੋਣ ਲੜਾਂਗੇ। ਔਰ ਦੂਜੇ ਪਾਸੇ ਨਿਰੰਜਨ ਸ਼ਾਹ ਜਿਹੜਾ ED ਦਾ ਸੀਗਾ, ਖਾਸ ਤੌਰ ਤੇ ਇਹ ਸਾਰੀ ਜਿਹੜਾ ਡਰੱਗ ਦਾ ਮਾਮਲਾ ਚੱਲ ਰਿਹਾ ਸੀ ਉਹਦੀ ਜਾਂਚ ਪੜਤਾਲ ਕਰ ਰਿਹਾ ਸੀ, ਔਰ ਬਾਦਲਾਂ ਦਾ ਪਰਿਵਾਰਿਕ ਮੈਂਬਰ ਬਿਕਰਮ ਮਜੀਠੀਆ ਨੂੰ ਤਲਬ ਕਰਕੇ ਉਸ ਤੋਂ ਪੁੱਛਗਿੱਛ ਵੀ ਕਰ ਚੁੱਕਿਆ ਸੀ। ਫਿਰ ਬੜਾ ਇੱਕ ਰੋਚਕ ਜਿਹਾ ਘਟਨਾਕ੍ਰਮ ਚੇਂਜ ਹੁੰਦਾ ਅਰਸ਼ ਕਿ ਅਮਿਤ ਸ਼ਾਹ ਦਾ ਨਰਿੰਦਰ ਸਿੰਘ ਦਾ ਤਬਾਦਲਾ ਹੋ ਜਾਂਦਾ ਕਲਕੱਤੇ, ਔਰ ਅਕਾਲੀ ਦਲ ਦੀਆਂ ਜਿਹੜੀਆਂ 36 ਸੀਟਾਂ ਤੋਂ ਘਟ ਕੇ ਰਹਿੰਦੀਆਂ ਨੇ 2.5, ਮਤਲਬ 2 ਸੀਟਾਂ ਇਹਨਾਂ ਦੀਆਂ, ਇੱਕ ਅੱਧੀ BJP ਵਾਲੀ, ਫਿਰ ਉੱਥੇ ਆ ਜਾਂਦੇ ਆ। ਫਿਰ ਉਹ ਉਧਰੋਂ ਤਾਂ ਸੀਟਾਂ ਦਾ ਤਬਾਦਲਾ ਹੋ ਜਾਂਦਾ ਹੈ। ਬੜਾ ਨਾਟਕੀ ਢੰਗ ਦੇ ਨਾਲ ਨਿਰੰਜਨ ਸਿੰਘ ਦਾ ਫਿਰ ਹਾਈ ਕੋਰਟ 'ਚ ਜਾ ਕੇ ਤਬਾਦਲਾ ਫਿਰ ਰੋਕ ਲਿਆ ਜਾਂਦਾ। ਸੋ ਇਸ ਕਰਕੇ ਸਮੇਂ-ਸਮੇਂ ਤੇ ਇਹਨਾਂ ਦੇ ਰੁਖ ਤੇ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ, ਸਮੇਂ-ਸਮੇਂ ਤੇ ਇਹਨਾਂ ਨੂੰ ਨਸ਼ਾ ਦਿਖਣਾ ਸ਼ੁਰੂ ਹੋ ਜਾਂਦਾ ਹੈ।
ਸਮੇਂ-ਸਮੇਂ ਤੇ ਇਹ ਫੇਰ ਇੰਨੇ ਦਾ ਰੂਪ ਧਾਰਨ ਕਰ ਲੈਂਦੇ ਆ। ਹੁਣ ਇਸ ਵੇਲੇ ਬੀਜੇਪੀ ਕਹਿ ਰਹੀ ਆ, ਉਹ ਗੱਲ ਬਿਲਕੁਲ ਮੈਂ ਉਹਦੇ ਨਾਲ ਸਹਿਮਤ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਜਿਹੜੀਆਂ ਰਾਜਨੀਤਿਕ ਰੈਲੀਆਂ ਕੀਤੀਆਂ, ਉਹਨਾਂ ਰੈਲੀਆਂ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਔਰ ਬਾਣੀ ਹੱਥ 'ਚ ਫੜ ਕੇ ਕੀਤਾ ਸੀ ਕਿ ਜਦੋਂ ਅਸੀਂ ਸੱਤਾ 'ਚ ਆ ਗਏ ਅਸੀਂ ਇਹਦਾ ਲੱਕ ਤੋੜ ਦਿਆਂਗੇ, ਅਸੀਂ ਇਹਨੂੰ ਖਤਮ ਕਰ ਦਾਂਗੇ, ਡਿਮੋਲਿਸ਼ ਕਰ ਦਿਆਂਗੇ। ਫਰਕ ਪਿਆ, ਥੋੜ੍ਹਾ ਬਹੁਤਾ ਫਰਕ ਪਿਆ। ਫਿਰ ਐਸਟੀਐਫ ਦੇ ਜਿਹੜੇ ਹਰਪ੍ਰੀਤ ਸਿੰਘ ਸਿੱਧੂ ਹੋਣੀ ਕੰਮ ਕਰਦੇ ਸੀ, ਫਿਰ ਉਹਨਾਂ ਨੂੰ ਹਟਾ ਦਿੱਤਾ ਗਿਆ, ਫਿਰ ਦਿਓ ਨੂੰ ਲਾ ਦਿੱਤਾ ਗਿਆ, ਫਿਰ ਉਹਨਾਂ ਨੂੰ ਲਾ ਦਿੱਤਾ ਗਿਆ। ਰਾਜਨੀਤਿਕ ਖੇਡਾਂ ਤਾਂ ਇੱਥੇ ਵੀ ਖੇਡੀਆਂ ਜਾ ਰਹੀਆਂ ਸੀ। ਪਰ ਜਿਹੜੇ ਵਿਜੇ ਸੰਪਲਾ ਸਾਹਿਬ ਨੂੰ ਬਹੁਤ ਜ਼ਿਆਦਾ ਹੁਣ ਹੇਜ ਜਾਗਿਆ ਪੰਜਾਬ ਦਾ, ਉਹ ਇਹ ਹੈ ਕਿਉਂਕਿ ਉਹ ਰਾਜਨੀਤਿਕ ਤੌਰ ਤੇ ਚੈੱਕ ਕਰਨਾ ਚਾਹੁੰਦੇ ਆ ਕਿ ਜੇਕਰ 2022 ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਾਡੀਆਂ ਗੱਲਾਂ ਮੰਨਦਾ ਫਿਰ ਤਾਂ ਠੀਕ ਹੈ, ਨਹੀਂ ਤਾਂ ਆਪਾਂ ਆਪਣਾ ਨਵੀਂ ਕੰਪੇਨਿੰਗ ਸ਼ੁਰੂ ਕਰੀਏ, ਉਸ ਦੇ ਨਾਲ ਆਪਣਾ ਆਧਾਰ ਬਣਾਉਣਾ ਸ਼ੁਰੂ ਕਰੀਏ। ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਨਾ ਬੇਰ ਖਿੰਡੇ ਜੇ ਪਏ ਆ। ਬਿਲਕੁਲ ਇਸੇ ਕਰਕੇ 3 ਸਾਲਾਂ ਦਾ ਫੇਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੜੇ ਖੁਸ਼ ਨੇ ਕਿ ਕੋਈ ਗੱਲ ਨਹੀਂ ਜੀ, ਉੱਥੇ ਸਾਡੀ ਕਿਹੜਾ ਕੋਈ ਵਿਰੋਧੀ ਪਾਰਟੀ ਹੈ, ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ, ਆਮ ਆਦਮੀ ਪਾਰਟੀ ਆਪਣੀ ਪਾਵਰ 'ਚ ਕੋਈ ਨਹੀਂ ਹੈ ਵੀ ਉਹ ਇਕੱਲੀ ਜਿੱਤ ਜੇ। ਸਾਰੇ ਦੇ ਸਾਰੇ ਇਸ ਗੱਲ ਨੂੰ ਦੇਖ ਰਹੇ, ਨਵਜੋਤ ਸਿੰਘ ਸਿੱਧੂ ਕਿਸੇ ਤਰੀਕੇ ਨਾਲ ਸਾਡੇ ਕੋਲ ਆ ਜੇ। ਹੁਣ ਟਕਸਾਲੀਆਂ ਨੇ ਨਵੀਂ ਇੱਕ ਪਾਰਟੀ ਬਣਾਤੀ ਹੈ, ਡੈਮੋਕ੍ਰੈਟਿਕ ਪਾਰਟੀ, ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ। ਉਹ ਸਾਰੀ ਘਟਨਾਕ੍ਰਮ ਦੇ ਵਿੱਚ ਜੇਕਰ ਨਸ਼ੇ ਦੀ ਗੱਲ ਚੱਲਦੀ ਹੈ, ਸੰਜੀਦਗੀ ਨੂੰ ਛੱਡ ਕੇ ਅਰਸ਼ ਸਿਰਫ ਤੇ ਸਿਰਫ ਰਾਜਨੀਤਿਕ ਤੌਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਾਂ ਆਪਣੀਆਂ ਗੁੱਟੀਆਂ ਕਿਵੇਂ ਫਿੱਟ ਕਰਨੀਆਂ ਨੇ, ਉਸ ਤਰੀਕੇ ਨਾਲ ਭਾਸ਼ਾ ਬੋਲੀ ਜਾ ਰਹੀ ਹੈ। ਆ ਹੁਣ ਇਹਨਾਂ ਦਾ ਸਮਝੌਤਾ ਹੋ ਗਿਆ। ਹੁਣ ਜੇ ਮੰਨ ਲਓ ਵੀ ਕੱਲ ਨੂੰ ਪਾਵਰ 'ਚ ਆ ਜਾਂਦੇ ਨੇ, ਫਿਰ ਨਸ਼ਾ ਖਤਮ ਹੋ ਜਾਣਾ ਪੰਜਾਬ 'ਚੋਂ, ਚਾਹੇ ਉਦੋਂ 92% ਦੀ ਜਾਵੇ, ਫਿਰ ਹੋਣਾ ਨਹੀਂ। ਸੋ ਇਹ ਸਾਰੀ ਦੇ ਸਾਰੀਆਂ ਚੀਜ਼ਾਂ ਨੇ, ਇਹ ਆਪਣੀ ਸਹੂਲਤ ਦੇ ਮੁਤਾਬਕ ਤੇ ਆਪਣੀ ਲੋੜ ਦੇ ਮੁਤਾਬਕ, ਆਪਣੀ ਜ਼ਰੂਰਤ ਦੇ ਮੁਤਾਬਕ ਜਿਹੜੇ ਮੁਰਦੇ ਹੁੰਦੇ ਆ ਦੱਬੇ ਹੋਏ ਕੱਢ ਲੈਂਦੇ ਆ ਤੇ ਫਿਰ ਉਹਨਾਂ ਨੂੰ ਦੱਬ ਦਿੰਦੇ ਆ। ਇਹ ਰਾਜਨੀਤਿਕ ਪਿਰਤ ਬੜੀ ਲੰਬੀ ਤੇ ਪੁਰਾਣੀ ਕਹਾਣੀ ਹੈ। ਇਸ ਪੁਰਾਣੀ ਕਹਾਣੀ ਖਤਮ ਕਦੋਂ ਹੋਣੀ ਹੈ, ਇਹ ਅਸੀਂ ਫਿਰ ਉਹੀ ਹੈ ਸਮੇਂ ਤੇ ਛੱਡ ਦਿੰਦੇ ਆ ਕਿ ਸਮਾਂ ਹੀ ਇੱਕ ਉਹ ਚੀਜ਼ ਹੈਗੀ ਹੈ। ਸਮਾਂ ਕਹਿੰਦੇ ਨਾ ਬੜਾ ਬਲਵਾਨ ਹੁੰਦਾ ਆ, ਤੇ ਜਿਹਦਾ ਸਮਾਂ ਹੁੰਦਾ ਆ ਉਹਦੀ ਨਾਮ ਚੱਲਦਾ ਹੈਗਾ, ਜਿਹਦਾ ਸਮਾਂ ਨਹੀਂ ਹੁੰਦਾ ਉਹ ਦੱਬਿਆ ਰਹਿ ਜਾਂਦਾ ਹੈ। ਫਿਰ ਉਹਦਾ ਸਮਾਂ ਜਦੋਂ ਆਉਂਦਾ ਫਿਰ ਉਹ ਮੁੱਦਾ ਬਾਹਰ ਕੱਢ ਦਿੱਤਾ ਜਾਂਦਾ ਹੈ, ਜੇ ਸਹੂਲਤ ਦੇ ਮੁਤਾਬਕ, ਤੁਹਾਡੇ ਕਹਿਣ ਦੇ ਮੁਤਾਬਕ। ਬਿਲਕੁਲ, ਅੱਜ ਬਹੁਤ ਵਧੀਆ ਤੁਸੀਂ ਸਾਨੂੰ ਡਿਫਰੈਂਟ ਮੁੱਦਿਆਂ ਦੇ ਉੱਤੇ ਹਿਸਟਰੀ ਦੇ ਨਾਲ ਗੱਲਬਾਤ ਦੱਸੀ ਹੈ ਕਿ ਕੀ ਉਹਦੀ ਹਿਸਟਰੀ ਸੀ। ਕਿਉਂਕਿ ਕਈ ਵਾਰੀ ਅਸੀਂ ਨਿਊਜ਼ ਤਾਂ ਪੜ੍ਹ ਲੈਂਦੇ ਆ, ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦਾ ਪਿੱਛੇ ਦਾ ਸੱਚ ਕੀ ਆ, ਕਦੋਂ ਤੋਂ ਇਹ ਨਿਊਜ਼ ਚੱਲਦੀ ਆ ਰਹੀ ਹੈ। ਸੋ ਧੰਨਵਾਦ ਤੁਹਾਡਾ, ਤੁਸੀਂ ਟਾਈਮ ਟੂ ਟਾਈਮ ਕੱਢਦੇ ਹੋ ਤੇ ਸਾਡੇ ਨਾਲ ਇਹ ਗੱਲਾਂ ਬਾਤਾਂ ਸ਼ੇਅਰ ਕਰਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਟਾਈਮ ਸੀਗਾ, ਫਿਰ ਤੋਂ ਧੰਨਵਾਦ। ਸ਼ੁਕਰੀਆ। ਬਿਲਕੁਲ, ਸਟ੍ਰੇਟ ਟਾਕ ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਅੱਜ ਹਰਪ੍ਰੀਤ ਸਿੰਘ ਜੀ ਨੇ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਕੀ ਕੁਝ ਹੋ ਰਿਹਾ ਹੈਗਾ ਭਾਰਤ ਦੀ ਰਾਜਨੀਤੀ ਦੇ ਵਿੱਚ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ। ਇਸ ਤਰ੍ਹਾਂ ਹੀ ਕੋਸ਼ਿਸ਼ ਕਰਦੇ ਰਵਾਂਗੇ ਕਿ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਉਹਦੀ ਹਿਸਟਰੀ ਨੂੰ ਜਾਣਨ ਦੀ ਕੋਸ਼ਿਸ਼ ਕਰੀਏ, ਉਹਦੀ ਅੱਜ ਕਰੰਟ ਕੀ ਹੋ ਰਿਹਾ ਹੈਗਾ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰੀਏ। ਤੇ ਅਸੀਂ ਅਗਲੀ ਵਾਰ ਫਿਰ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਤੱਕ ਫਿਰ ਰੂਬਰੂ ਹੋਵਾਂਗੇ। ਤਬ ਤੱਕ ਤੁਸੀਂ ਰੱਖੋ ਆਪਣਾ ਖਿਆਲ, 2 ਮੀਟਰ ਦਾ ਫਾਸਲਾ ਬਣਾ ਕੇ ਰੱਖੋ। ਜੇ ਨਹੀਂ ਬਣਾ ਸਕਦੇ ਤਾਂ ਮਾਸਕ ਜ਼ਰੂਰ ਪਾਓ, ਹੈਂਡ ਨੂੰ ਸੈਨੀਟਾਈਜ਼ ਕਰਦੇ ਰਹੋ, ਧੋਂਦੇ ਰਹੋ ਤੇ ਆਪਣਾ ਖਿਆਲ ਰੱਖੋ। ਦੇਖਦੇ ਰਹੋ ਸਾਂਝਾ ਟੀਵੀ। ਧੰਨਵਾਦ।